35 ਸਾਲ ਪਹਿਲਾਂ ਪੰਜਾਬ ਵਿੱਚ ਬਲੂ ਸਟਾਰ ਆਪਰੇਸ਼ਨ ਹੋਇਆ ਸੀ। ਉਸ ਵੇਲੇ ਦੀ ਹਾਕਮ ਸਰਕਾਰ ਨੇ ਪੰਜਾਬ ਵਿੱਚ ਕਥਿਤ ਤੌਰ 'ਤੇ ਅੱਤਵਾਦੀਆਂ ਨੂੰ ਗੁਰਦੁਆਰਿਆਂ ਵਿੱਚੋਂ ਕੱਢਣ ਵਾਸਤੇ ਕਾਰਵਾਈ ਕੀਤੀ ਗਈ ਸੀ। ਦਰਬਾਰ ਸਾਹਿਬ ਅਕਾਲ ਤਖਤ ਸਾਹਿਬ ਵੀ ਢਾਇਆ ਗਿਆ ਸੀ। ਦਰਬਾਰ ਸਾਹਿਬ 'ਤੇ ਵੀ ਫਾਇਰਿੰਗ ਹੋਈ ਸੀ ਔਰ ਕਾਫੀ ਉੱਥੇ ਲੋਕ ਸ਼ਹੀਦ ਹੋਏ ਸੀ, ਕਿਉਂਕਿ 3 ਜੂਨ ਨੂੰ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਕਰਕੇ ਪੰਚਮੀ ਦਾ ਦਿਨ ਸੀ। ਸੰਗਤਾਂ ਪੰਜਾਬ ਦੇ ਸਾਰੇ ਗੁਰਦੁਆਰਿਆਂ ਵਿੱਚ ਉੱਥੇ ਹਾਜ਼ਰੀ ਭਰ ਰਹੀਆਂ ਸਨ ਔਰ ਉਸ ਤੋਂ 3 ਤਰੀਕ ਨੂੰ ਸਾਰੇ ਪੰਜਾਬ 'ਚ ਕਰਫਿਊ ਲੱਗ ਗਿਆ ਸੀ। ਸਾਰੇ ਗੁਰਦੁਆਰਿਆਂ ਦੇ ਆਸ-ਪਾਸ ਫੌਜ ਤੈਨਾਤ ਕਰ ਦਿੱਤੀ ਗਈ ਸੀ। ਗੁਰਦੁਆਰਾ ਸ਼੍ਰੀ ਦੁੱਖ ਨਿਵਾਰਨ ਸਾਹਿਬ ਦੇ ਉਸ ਵੇਲੇ ਦੇ ਮੈਨੇਜਰ ਅਜੈਬ ਸਿੰਘ ਸ਼ੇਰਗਿੱਲ ਸਾਡੇ ਨਾਲ ਮੌਜੂਦ ਨੇ, ਜੋ ਸਾਰੀ ਕਾਰਵਾਈ ਇਹਨਾਂ ਦੇ ਅੱਖਾਂ ਸਾਹਮਣੇ ਹੋਈ। ਉਹਨਾਂ ਜਾਣਦੇ ਵੀ ਕਿਸ ਤਰੀਕੇ ਦੀ ਕਾਰਵਾਈ ਸੀ। ਅਜੈਬ ਸਿੰਘ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪੀਟੀਸੀ ਨਿਊਜ਼ ਵਿੱਚ। ਦਰਸ਼ਕਾਂ ਨੂੰ ਥੋੜ੍ਹਾ ਜਾਣਕਾਰੀ ਦਿਓ ਵੀ ਦਰਬਾਰ ਸਾਹਿਬ ਤੋਂ ਬਾਅਦ ਵੱਡੀ ਕਾਰਵਾਈ ਪੰਜਾਬ 'ਚ ਹੋਈ ਹੈ ਤਾਂ ਪਟਿਆਲਾ ਦੇ ਦੁੱਖ ਨਿਵਾਰਨ ਸਾਹਿਬ ਗੁਰਦੁਆਰੇ ਵਿਖੇ ਹੋਈ ਹੈ। ਕੀ ਸੀ ਸਾਰਾ ਮੰਜ਼ਰ? 3 ਨੂੰ ਸੁਬਹ ਹੀ CRP ਲਾਗੀ। ਉਹਨਾਂ ਨੇ ਕੋਈ ਸਖਤੀ ਨਹੀਂ ਕੀਤੀ ਸੀ। CRP ਵਾਲੇ ਖੜੇ ਜ਼ਰੂਰ ਸੀ, ਸੰਗਤਾਂ ਆਉਂਦੀਆਂ ਵੀ ਸੀ, ਜਾਂਦੀਆਂ ਵੀ ਸੀ। 4 ਦੀ ਸੁਬਹ ਨੂੰ ਮਿਲਟਰੀ ਵਾਲਿਆਂ ਨੇ ਆ ਕੇ ਉਹਨਾਂ ਦੀਆਂ ਪੋਜੀਸ਼ਨਾਂ ਲੈ ਲਈਆਂ। CRP ਵਾਲੇ ਪਿੱਛੇ ਹਟ ਗਏ। ਫਿਰ ਸਖਤੀ ਹੋ ਗਈ। ਨਾ ਕੋਈ ਆ ਸਕਦਾ ਸੀ, ਨਾ ਕੋਈ ਜਾ ਸਕਦਾ ਸੀ। ਕਰਫਿਊ ਤਾਂ 3 ਦੀ ਰਾਤ ਨੂੰ 9 ਵਜੇ ਤੋਂ ਲੱਗ ਗਿਆ ਸੀ। ਅਤੇ ਜਦੋਂ ਮਿਲਟਰੀ ਆ ਗਈ ਤਾਂ ਉਹਨਾਂ ਨੇ ਗੇਟ ਵੀ ਸਾਡੇ ਬੰਦ ਕਰਾਤੇ। ਜਦੋਂ ਕਰਫਿਊ ਲੱਗ ਗਿਆ, ਇੰਨੀ ਸਖਤੀ ਹੋ ਗਈ, ਸਮਾਂ ਮੈਂ ਜਿਹੜੇ ਬਾਹਰ ਮੰਗਤੇ ਹੁੰਦੇ ਆ ਪਾਰਕ 'ਚ, ਮੈਂ ਉਹਨਾਂ ਨੂੰ ਸਾਰਿਆਂ ਨੂੰ ਲਿਆਇਆ। ਮੈਨੂੰ ਨਹੀਂ ਪਤਾ ਸੀ ਵੀ ਇੰਨੀ ਆਹ ਕੁਛ ਹੋਣਾ ਸਾਡੇ ਨਾਲ। ਮੈਂ ਉਹਨਾਂ ਨੂੰ ਲਿਆਇਆ, ਮੈਂ ਕਿਹਾ ਕਰਫਿਊ ਲੱਗ ਗਿਆ, ਮੁੜ ਕੇ ਦਰਵਾਜ਼ੇ ਬੰਦ ਹੋ ਜਾਣੇ ਨੇ, ਤੁਸੀਂ ਰੋਟੀ ਖਾਣੀ ਅੰਦਰ ਆਓ। ਉਹ ਵੀ ਆ, ਕੋਈ ਬਹੁਤੇ ਨਹੀਂ ਸੀ, ਉਹ 10-12 ਕੁ ਹੋਣੇ ਨੇ। ਅਤੇ ਉਹ ਆ ਗਏ, ਸਖਤੀ ਹੋ ਗਈ। ਮਿਲਟਰੀ ਵਾਲਿਆਂ ਨੇ ਸਾਨੂੰ ਕੋਠੇ 'ਤੇ ਵੀ ਨਹੀਂ ਚੜ੍ਹਨ ਦਿੰਦੇ ਸੀਗੇ। ਸਰਹੰਦ ਰੋਡ ਤੋਂ ਇੱਧਰ ਸਾਰੇ ਲੱਗੇ। ਸਾਡੇ ਜਿਹੜੇ ਕੁਆਟਰ ਸੀ, ਉਹਨਾਂ ਦੀ ਜਿਹੜੀ ਬੈਕ ਸੀ ਉਹ ਸਰਹੰਦ ਰੋਡ ਵੱਲ ਲੱਗਦੀ ਸੀ। 4 ਨੂੰ ਰਹੇ। 5 ਨੂੰ ਸੁਬਾਹ ਉਹਨਾਂ ਨੇ ਜਿੱਧਰ ਫੈਕਟਰੀ ਪਿੱਛੇ ਕਲੋਨੀ ਹੈ ਫੈਕਟਰੀ ਏਰੀਏ ਦੀ, ਉੱਧਰ ਉਹਨਾਂ ਨੇ ਐਂਟਰ ਕਰ ਲਿਆ। ਐਂਟਰ ਕਰਕੇ ਉਹਨਾਂ ਨੇ ਟੈਂਪਰੇਰੀ ਮੋਰਚੇ ਪੱਟ ਕੇ ਉੱਥੇ ਮਿਲਟਰੀ ਆ ਗਈ ਅਤੇ 5-6 ਜਣੇ ਉਹਨਾਂ ਨੇ ਜਿਹੜੀ ਸਾਡੀ ਟੈਂਕੀ ਹੈ ਪਾਣੀ ਵਾਲੀ, ਉਹਦੇ 'ਤੇ ਉਹ ਚੜ੍ਹ ਗਏ। ਉਹ ਸਾਡੀ ਸਾਰੀ ਹਰਕਤ ਸੀ ਜਿਹੜੀ ਉਹ ਵੇਖਦੇ ਸੀ। 5 ਔਰ 6 ਦੀ ਦਰਮਿਆਨੀ ਰਾਤ ਨੂੰ ਕੋਈ 12:55 ਲਾ ਲਓ ਜਾਂ 1 ਵਜੇ ਤਰ੍ਹਾਂ ਉਹਨਾਂ ਗੇਟ ਤੋੜ ਕੇ ਐਂਟਰੀ ਕੀਤੀ ਸਰਹੰਦ ਰੋਡ ਤੋਂ। ਅਤੇ ਮੈਂ ਨਾ ਉਹਨਾਂ ਨੂੰ ਕਮਰੇ ਸੀਗਾ, ਉੱਥੇ ਉਹਨਾਂ ਨੇ ਕੀਤਾ ਰੌਲਾ ਪਾਇਆ, ਸਾਨੂੰ ਸਮਝ ਨਹੀਂ ਆਉਂਦੀ ਸੀ ਕੀ ਬੋਲਦੇ ਆ। ਅਤੇ ਉਹਨਾਂ ਨੇ ਫਿਰ ਉਹਨਾਂ ਦਰਵਾਜ਼ੇ ਖੜਕਾਉਣੇ ਸ਼ੁਰੂ ਕੀਤੇ। 10 ਮਿੰਟ ਫਾਇਰਿੰਗ ਤੋਂ ਬਾਅਦ, ਫਾਇਰਿੰਗ ਦੇ ਵਿੱਚ ਇਹ ਸੀ ਲਗਾਤਾਰ ਹੋ ਰਹੀ ਸੀ। ਕੋਈ ਬੜਾ ਧਮਾਕਾ ਵੀ ਹੁੰਦਾ ਸੀਗਾ ਅਤੇ ਆਮ ਫਾਇਰਿੰਗ ਸੀ। 10 ਮਿੰਟ ਬਾਅਦ ਉਹਨਾਂ ਨੇ 10-12 ਮਿੰਟ ਹੋਣੇ, ਘੜੀਆਂ ਤਾਂ ਉਦੋਂ ਦੇਖੀ ਨਹੀਂ ਜਾਂਦੀਆਂ, ਅਤੇ ਉਹਨਾਂ ਨੇ ਦਰਵਾਜ਼ੇ ਸ਼ੁਰੂ ਕਰਤੇ, ਬਾਹਰ ਨਿਕਲੋ, ਬਾਹਰ ਨਿਕਲੋ, ਬਾਹਰ ਨਿਕਲੋ। ਤਾਂ ਮੈਂ ਬਾਹਰ ਨਿਕਲਿਆ। ਜੇ ਅਸੀਂ ਵਿਹੜੇ 'ਚ ਹੀ ਆਇਆ, ਫਾਇਰਿੰਗ ਫਿਰ ਸ਼ੁਰੂ ਹੋ ਗਈ। ਅਸੀਂ ਜਾ ਕੇ ਫਿਰ ਬਰਾਂਡੇ 'ਚ ਬਹਿ ਗਏ। 2 ਮੇਰੇ ਸਾਥੀ ਜਿਹੜੇ ਨਾਲ ਦੇ ਕਮਰੇ, ਉਹ ਛੱਤਾਂ 'ਚੋਂ ਉੱਧਰੋਂ ਉਤਰਿਆ ਸੀ ਮੇਰੇ ਵਾਲੇ ਪਾਸ। ਅਸੀਂ 3 ਅਤੇ ਮੇਰੀ ਵਾਈਫ, ਇੱਕ ਛੋਟਾ ਬੱਚਾ ਸੀ, ਇੱਥੇ ਸੀ। ਫਿਰ ਉਹਨਾਂ ਨੇ ਆਵਾਜ਼ਾਂ ਮਾਰੀਆਂ। ਫਿਰ ਮੇਰੀ ਵਾਈਫ ਗਈ, ਇਹਨਾਂ ਦਰਵਾਜ਼ਾ, ਉਹ ਕਹਿੰਦਾ ਕੌਣ? ਉਹ ਕਹਿੰਦੇ ਵੀ ਅਸੀਂ ਇੰਪਲਾਈ ਹਾਂ, ਕੱਢੋ ਬਾਹਰ। ਅਸੀਂ ਉਹਨਾਂ ਨੇ ਸਾਨੂੰ ਬਾਹਰ ਕੱਢ ਕੇ ਸਰਾਂ ਵਾਲੇ ਪਾਸੇ ਨੂੰ ਕੰਧ ਦੇ ਨਾਲ ਹਰੀ ਲਾਈਟ ਮਾਰਦੇ ਸੀ ਉਹ ਸਾਨੂੰ, ਉੱਧਰ ਲੈ ਗਏ। ਉੱਥੇ ਇੱਕ ਵੱਡਾ ਪਿੱਪਲ ਸੀ, ਉੱਥੇ ਸਾਨੂੰ ਬਿਠਾਈ ਜਾਂਦੇ ਸੀ। ਸਾਡੇ ਜਾਣ ਤੋਂ ਪਹਿਲਾਂ ਕੁਛ ਲੇਡੀਜ਼, ਕੁਛ ਬੰਦੇ ਵੀ ਪਹਿਲਾਂ ਬਿਠਾਏ ਸੀ। ਮੈਨੂੰ ਨਹੀਂ ਪਤਾ ਉਹ ਘਰਾਂ 'ਚੋਂ ਕੱਢ ਕੇ ਲਿਆਂਦੇ ਸਟਾਫ ਦੇ ਸੀ ਜਾਂ ਆਪਣੇ ਆਪ ਬਾਹਰ ਆਏ। ਮੈਥੋਂ ਪਹਿਲਾਂ ਬੈਠੇ ਸੀ ਉਹਨਾਂ ਨੇ ਲੇਡੀਜ਼ ਵਾਲੇ ਪਾਸੇ, ਲੇਡੀਜ਼ ਸਾਨੂੰ ਅੱਡ ਬਿਠਾਤਾ। ਅਤੇ ਇਹ ਕੋਈ ਅਸੀਂ 20-25 ਮਿੰਟ ਬੈਠੇ ਹਾਂ। ਉਦੋਂ ਬਾਅਦ ਇੱਕ ਸਰਦਾਰ ਆਇਆ, ਉਹ ਕਹਿੰਦਾ ਵੀ 2 ਬੰਦੇ ਦਿਓ ਜਿਹੜੇ ਲੇਡੀਜ਼ ਦੇ ਕੋਲੇ ਰਹਿਣਗੇ। ਮੈਂ ਉੱਥੇ ਸਾਹਮਣੇ ਬੈਠਾ ਸੀ, ਮੇਰੇ ਕੋਲੇ ਬੈਠਾ ਸੀ ਇੱਕ ਕਪੂਰ ਸਿੰਘ ਸੇਵਾਦਾਰ, ਇੱਕ ਤਾਰਾ ਸਿੰਘ ਸੇਵਾਦਾਰ। ਇਹਨਾਂ ਮੈਂ ਦੋਨਾਂ ਨੂੰ ਕਿਹਾ ਵੀ ਤੁਸੀਂ ਨਾਲ ਜਾਓ। ਉੱਥੋਂ ਇਹਨਾਂ ਨੂੰ ਲੇਡੀਜ਼ ਨੂੰ ਉਠਾਇਆ, ਇਹਨਾਂ ਨੂੰ ਬਾਹਰ ਉੱਥੋਂ ਉਠਾ ਲਿਆ। ਕਿੱਧਰ ਲੈ ਗਏ? ਇੱਕ ਵਾਰੀ ਉਹ ਸਰਹੰਦ ਜਿਸ ਤਰ੍ਹਾਂ ਗੇਟ ਤੋੜਿਆ ਸੀ ਉੱਧਰ ਨੂੰ ਮੁੜੇ ਨੇ। ਉਦੋਂ ਬਾਅਦ ਸਾਨੂੰ ਉਠਾ ਲਿਆ। ਸਾਨੂੰ ਇੱਕ 20 ਨੰਬਰ ਕਮਰਾ ਸੀ ਸ਼ਾਇਦ, ਸਾਨੂੰ ਉੱਥੇ ਲੈ ਗਏ, ਵਿਹੜੇ 'ਚ ਬਿਠਾ ਲਿਆ, ਗੇਟ ਬੰਦ ਕਰ ਲਿਆ। ਉਹਨਾਂ ਨੇ ਸਾਨੂੰ ਪੁੱਛਣਾ ਸ਼ੁਰੂ ਕੀਤਾ। ਉਹ ਸਵਾਲ ਕਰਦੇ ਸੀ
ਉਹਨਾਂ ਦੀ ਲੈਂਗੁਏਜ ਵੀ ਸਾਨੂੰ ਨਹੀਂ ਸੀ ਸਮਝ ਆਉਂਦੀ। ਉਹ ਬਸ ਟੁੱਟੀ ਫੁੱਟੀ ਨੀਚੇ ਕਹਿੰਦੇ ਸੀ ਵੀ ਉਹ ਕਮਰਾ ਬਤਾਓ ਜਿਸਕਾ ਦਰਵਾਜ਼ਾ ਨਹੀਂ। ਹੁਣ ਜੇ ਹਾਂ ਕਹਿੰਦੇ ਹੈ ਕੋਈ ਨਹੀਂ, ਨਾ ਕਹਿੰਦੇ ਤਾਂ ਵੱਟ ਮਾਰਦੇ ਆ, ਇੱਥੇ ਮਾਰਿਆ ਜਿੱਥੇ ਵੀ ਮਾਰਦੇ ਸਿਰ 'ਚ ਮਾਰਦੇ ਸੀਗੇ। ਫਿਰ ਮੈਂ ਚੁੱਪ ਕਰਕੇ ਹੀ ਬੈਠਣਾ ਸੀ। ਅਤੇ ਜਦੋਂ ਬਹੁਤ ਹੀ ਕੋਈ 10 ਮਿੰਟ ਇਸ ਤਰ੍ਹਾਂ ਹੁੰਦਾ ਰਿਹਾ, ਫਿਰ ਮੈਂ ਖੜ੍ਹਾ ਹੋਇਆ, ਉਹਨੂੰ ਮੈਂ ਆਪਣੇ ਹਿੰਦੀ 'ਚ ਬੋਲਾਂ ਵੀ ਆ ਗੱਲ ਆ, ਅਸੀਂ ਸਾਰੇ ਇੰਪਲਾਈ ਹਾਂ, ਸਾਡੇ ਇਕੱਲੇ ਦਾ ਰਿਕਾਰਡ ਹੈ। ਇਹਨੇ ਮੈਂ ਗੱਲ ਹੀ ਕਰ ਰਿਹਾ ਤਾਂ ਦਰਵਾਜ਼ਾ ਖੋਲ੍ਹਿਆ, ਇੱਕ ਸਰਦਾਰ ਅੰਦਰ ਆਇਆ, ਉਹੀ ਜਿਹਨੇ ਸਾਨੂੰ ਕਿਹਾ ਸੀ ਵੀ 2 ਬੰਦੇ ਦਿਓ। ਮੈਨੂੰ ਨਹੀਂ ਪਤਾ ਸੀ ਇਹ ਬ੍ਰਿਗੇਡੀਅਰ ਹੈ, ਕੌਣ ਹੈ। ਉਹਨੇ ਮੈਨੂੰ ਪੁੱਛਿਆ ਅਜੈਬ ਸਿੰਘ ਕੌਣ ਹੈ। मैं जी मैं गिल साहब आपको कहते हैं। मैं कहा हाँ जी। मैनेजर आप हो? हाँ जी। बाहर आ जाओ। उदों मैं सोचा भी मेरे इन्होंने गोली मारनी, देखो फिर सी भी इन्होंने गोली मारनी है। मैं बाहर निकलिया तो वही 20 फुट बाहर ले जाके मैनू कहने भी वो बंदे किथे। मैं जी मैंने तो पता नहीं, मैं तो अपने क्वार्टर सीगा। अच्छा, वो एक नूं पुछया किथे सी, वो कहंदा जी ਉੱਥੋਂ ਲਿਆਂਦੇ ਆ ਇਹਨਾਂ ਨੂੰ। ਕਹਿੰਦਾ ਤੁਹਾਨੂੰ ਕੋਈ ਪਤਾ ਨਹੀਂ ਕਿੱਥੇ ਨੇ। ਮੈਂ ਕਿਹਾ ਜੀ ਬੰਦੇ ਨਿਕਲ ਗਏ ਹੋਣੇ ਨੇ। ਕਹਿੰਦਾ ਉੱਪਰ ਦੇਖੋ। ਉੱਪਰ ਮੈਂ ਦੇਖਿਆ ਕੁਆਟਰ ਨੇ ਛੱਤਾਂ 'ਤੇ ਮਿਲਟਰੀ ਖੜੀ। ਕਹਿੰਦਾ ਦੇਖੋ ਇੱਥੇ ਮੱਖੀ ਨਹੀਂ ਜਾ ਸਕਦੀ, ਮੱਛਰ ਨਹੀਂ, ਬੰਦਾ ਕਿੱਥੋਂ ਨਿਕਲ ਜੂ। ਮੈਂ ਕਿਹਾ ਜੀ ਮੈਨੂੰ ਨਹੀਂ ਪਤਾ। ਉਹਨੇ ਫਿਰ ਇੱਕ ਨਾਲ ਲਾਇਆ ਮੇਰੇ, ਉਹਦੇ ਕੋਲ ਵਾਇਰਲੈਸ ਸੈੱਟ ਜਾਂ ਮਗਰ ਸੀਗਾ 6-7 ਹੋਰ। ਉਹਨਾਂ ਮੈਨੂੰ ਮੂਹਰੇ ਲਾ ਲਿਆ, ਸਰਾਂ ਵੱਲ ਨੂੰ ਲੈ ਗਏ। ਸਰਾਂ 'ਚ ਉਹ ਮੈਨੂੰ ਕਹਿੰਦੇ ਡੈੱਡ ਬੋਡੀ ਪਛਾਣੋ। ਅੱਛਾ। ਅਤੇ ਪਹਿਲਾਂ ਹੀ ਜਿਹੜਾ ਸਾਡਾ ਆਫਿਸ ਸੀ ਰਿਹਾਇਸ਼ ਦਾ ਦਫ਼ਤਰ ਸਰਾਂ ਦਾ, ਉੱਥੇ ਇੱਕ ਬੰਦਾ ਮੂਧਾ ਪਿਆ ਸੀ। ਉਹ ਮੋਟਾ ਸੀ ਥੋੜ੍ਹਾ ਜਿਹਾ। ਮੈਂ ਸਮਝਿਆ ਵੀ ਸਾਡੇ ਵੀ ਇੱਕ ਸੇਵਾਦਾਰ ਮੋਟਾ ਸੀ ਡਕੌਂਦੇ ਦਾ, ਪਿੰਡ ਡਕੌਂਦੇ ਦਾ। ਮੈਂ ਕਿਹਾ ਉਹ ਹੈ, ਪਰ ਮੈਂ ਜਦੋਂ ਉਹਨੂੰ ਸਿੱਧਾ ਕੀਤਾ ਉਹ ਨਹੀਂ ਸੀ, ਉਹ ਜਗਜੀਤ ਸਿੰਘ ਸੀਗਾ। ਕਹਿੰਦੇ ਆ ਵੀ ਉਹ ਗੰਗਾ ਨਗਰ ਨੂੰ ਬਿਲੋਂਗ ਕਰਦਾ ਸੀ, ਆਰਜੀ ਲੇਵਲ ਸੀ ਲੰਗਰ 'ਚ ਉਹ ਸੀ। ਉਹਨੂੰ ਮੈਂ ਕਿਹਾ ਵੀ ਇਹ ਜਗਜੀਤ ਸਿੰਘ ਹੈ। ਉਹਨੂੰ ਮੈਂ ਦੱਸਤਾ, ਲੇਕਿਨ ਉਹਦੇ ਵਾਲ ਖੁੱਲ੍ਹੇ ਸੀ। ਇਹ ਨਹੀਂ ਮੈਨੂੰ ਪਤਾ ਵੀ ਕਿਉਂ ਖੁੱਲ੍ਹੇ। ਜਿੰਨੇ ਮੈਂ ਸਰਦਾਰਾਂ ਨੇ ਦੇਖੇ ਵਾਲ ਸਭ ਦੇ ਖੁੱਲ੍ਹੇ ਸੀ। ਇਹ ਨਹੀਂ ਪਤਾ ਤੜਫ ਕੇ ਮਰੇ ਤਾਂ ਖੁੱਲ੍ਹੇ ਜਾਂ ਕਿਵੇਂ ਵੀ ਸੀ। ਉਦੋਂ ਬਾਅਦ ਫਿਰ ਪਛਾਣਦੇ ਰਹੇ। ਉਹਨਾਂ 'ਚੋਂ ਇੱਕ ਸੂਰਮਾ ਸੀ, ਇੱਕ ਅੰਨਾ ਵੀ ਸੀ, ਮੰਗਤੇ ਵੀ ਸੀ, ਬਜ਼ੁਰਗ ਵੀ ਸੀ। ਉਹਨਾਂ 'ਚ ਮੈਂ ਸਾਰੇ ਕਮਰੇ ਲਿਜਾਂਦਾ ਅਖੀਰ ਨੂੰ ਮੇਰਾ ਖਿਆਲ ਹੈ ਵੀ 5-6 ਨੰਬਰ ਕਮਰਾ ਸੀ। ਉੱਥੇ ਡੈੱਡ ਬੋਡੀ ਇੱਕ ਪਈ 4 ਪਏ ਸੀ ਉਹਦੇ ਉੱਤੇ। ਜਿਹੜੀ ਉਹ ਸਰਦਾਰ ਨਹੀਂ ਸੀ, ਉਹ ਤਰਨਤਾਰਨ ਦੀ ਸੀ। ਇਹਨਾਂ ਮੈਨੂੰ ਪਤਾ ਵੀ ਉਹ ਆਈ ਪੰਚਮੀ 'ਤੇ ਆਉਂਦੀ ਹੁੰਦੀ ਸੀ। ਉਹਦੀ ਡੈਥ ਹੋ ਗਈ। ਉਹਦੇ ਸਾਰੇ ਮੋਟੇ ਪਾਏ ਸੀ ਸੋਨੇ ਦੇ। ਉਹਨਾਂ ਮੇਰੇ ਸਾਹਮਣੇ ਹੀ ਉਹ ਲਾਹੇ ਜੇਬ 'ਚ ਪਾ ਲਏ। ਮਤਲਬ ਫੌਜੀਆਂ ਨੇ ਸਾਰਾ ਗਹਿਣਾ ਉਤਾਰ ਲਿਆ। ਬਿਲਕੁਲ ਜੋ ਪਾਏ ਸੀ ਚੂੜੀਆਂ ਚਾੜੀਆਂ ਸਭ ਪਾ ਕੇ ਉਹਨਾਂ ਨੇ ਜੇਬ 'ਚ ਪਾ ਲਈ। ਮਤਲਬ ਕਿੰਨੀਆਂ ਲੋਕ ਸ਼ਹੀਦੀ ਪ੍ਰਾਪਤ ਕਰ ਗਏ ਕਿੰਨੇ ਉਸ ਵੇਲੇ? ਜੋ ਟੋਟਲ ਸੀ ਉਹ 17 ਸੀ। ਆਫੀਸ਼ੀਅਲ ਫਿਗਰ ਹੈ। ਇਸ ਤੋਂ ਬਿਨਾਂ ਵੀ ਕੋਈ ਹੋਰ ਸੀਗੇ? ਉਹ ਕੋਈ ਸ਼ਹਿਰ 'ਚ ਹੋਵੇ ਤਾਂ ਪਤਾ ਨਹੀਂ, ਲੇਕਿਨ ਗੁਰਦੁਆਰਾ ਸਾਹਿਬ ਦੇ ਵਿੱਚ 3 ਲੇਡੀਜ਼ ਸੀ, 14 ਬੰਦੇ। ਅਤੇ ਉਹਨਾਂ ਦਾ ਸੰਸਕਾਰ ਵਗੈਰਾ ਮੈਂ ਕਰਾਇਆ, ਪੋਸਟਮਾਰਟਮ ਮੈਂ ਕਰਾਇਆ, ਲੱਕੜਾਂ ਮੈਂ ਲੈ ਕੇ ਗਿਆ, ਉੱਪਰ ਚਿੱਟੀਆਂ ਚਾਦਰਾਂ ਜਿਹਨੂੰ ਅਸੀਂ ਕੱਫਣ ਕਹਿ ਸਕਦੇ ਹਾਂ ਉਹ ਮੈਂ ਲੈ ਕੇ ਗਿਆ। ਮੰਜ਼ਰ ਕਾਫੀ ਡਰਾਉਣਾ ਸੀ, ਕਾਫੀ ਬਹੁਤ ਜ਼ਿਆਦਾ। ਕੋਈ ਹੈ ਹੀ ਨਹੀਂ ਸੀ ਬੰਦਾ, ਮੈਂ ਸੀ ਜਾਂ ਮੇਰੇ ਨਾਲ ਮਿਲਟਰੀ ਸੀ, ਹੋਰ ਤਾਂ ਬੰਦਾ ਹੀ ਨਹੀਂ ਸੀ ਅੰਦਰ ਕੋਈ। ਜਾਂ ਫੜੇ ਹੋਏ ਸੀ। ਇੱਕੋ ਫਾਇਰਿੰਗ ਦਰਬਾਰ ਸਾਹਿਬ ਤੇ ਅੰਦਰ ਵੀ ਹੋਈ ਸੀ? ਨੋ, ਸਾਰੀ ਸਰਾਂ ਦੇ ਵਿੱਚ ਹੋਈ। ਐਵੇਂ ਇੱਕ ਫਾਇਰ ਹੋਇਆ, ਉਹ ਵੀ ਉਹਦੇ ਬਾਬਾ ਰਤਨ ਸਿੰਘ ਇੱਥੇ ਉਹਦੇ ਗੋਲੀ ਲੱਗੀ ਹੈ। ਉਹਦੇ ਕੋਲੇ 12 ਬੋਰ ਬੰਦੂਕ ਸੀ। ਉਹ ਨਿਸ਼ਾਨ ਸਾਹਿਬ ਕੋਲੇ ਬੈਠਾ ਸੀ। ਉਹਨੇ ਇੱਕ ਇੱਧਰ ਨੂੰ ਫਾਇਰ ਕਰਤਾ ਜਿੱਧਰ ਇੱਕ ਦਿਨ ਪਹਿਲਾਂ ਮਿਲਟਰੀ ਆਈ ਸੀ। ਉਹਦੇ ਪਿੱਛੋਂ ਉਹਨਾਂ ਨੇ ਮਾਰਿਆ। ਉਹ ਖੋਪੜੀ ਕੱਢੀ ਪਈ ਸੀ, ਉਹ ਮੇਰੇ ਖੋਪੜੀ ਲੱਗੀ ਹੋਈ ਸੀ। ਰਤਨ ਸਿੰਘ ਸੀ, ਉਮਰ ਉਹਦੀ ਸੀ 95 ਸਾਲ। ਇੱਥੇ ਜਾਣ ਤੋਂ ਪਹਿਲਾਂ ਮੈਨੂੰ ਦਫ਼ਤਰ ਲੈ ਕੇ ਗਏ। ਜਦੋਂ ਮੈਂ ਸਰਾਂ ਚਲੇ ਉਦੋਂ ਦਿਨ ਜਾਂ ਚੜ੍ਹ ਗਿਆ ਸੀ। ਦਫ਼ਤਰ ਦੇ ਮੂਹਰੇ SP ਸਰਦਾਰ ਸੀ, ਮੈਂ ਨਾਂ ਭੁੱਲ ਗਿਆ, ਸ਼ਾਇਦ ਮੇਰਾ ਨਾਂ ਸ਼ਾਇਦ ਜੋਗਿੰਦਰ ਸਿੰਘ ਸੀ। ਉਹ CRPF ਦੇ SP ਸੀ ਅਤੇ ਆਪਣੇ ਪੰਜਾਬ ਪੁਲਿਸ ਦੇ ਔਲਖ ਸੀ। ਮਗਰੋਂ ਮੇਰਾ DGP ਬਣ ਗਏ ਸੀ। ਕਿਉਂਕਿ ਮੈਨੂੰ ਮਿਲਦੇ ਰਹਿੰਦੇ ਸੀ। ਮੈਂ ਇਹਨਾਂ ਨੂੰ ਕਿਹਾ ਵੀ ਇੱਥੇ ਤਾਂ ਕੁਛ ਵੀ ਨਹੀਂ ਸੀ, ਇੰਨਾ ਕੁਛ ਕਰੇ। ਜੋ ਕਾਰਵਾਈ ਪਟਿਆਲੇ ਵਿੱਚ ਹੋਈ ਹੈ,
ਕੋਈ ਰਿਕਵਰੀ ਨਹੀਂ ਹੋਈ, ਕੋਈ ਉਹਨਾਂ ਦੇ ਨਾ ਮੈਂ ਉਹਨਾਂ ਨੂੰ ਉਹਨਾਂ ਦੇ ਮੁਤਾਬਕ ਕੋਈ ਅੱਤਵਾਦੀ ਨਹੀਂ ਸੀ ਜਿਹੜੇ ਮੈਂ- ਮਾਰੇ ਗਏ, ਨਿਰਦੋਸ਼ ਮਾਰੇ ਗਏ ਸਨ। ਬਿਲਕੁਲ ਮੈਂ ਉਹਨਾਂ ਨੂੰ ਸਮਝ ਕਿਹਾ, ਮੈਂ ਜੀ ਇਹਨਾਂ ਤਾਂ ਕੁਛ ਹੈ ਹੀ ਨਹੀਂ ਸੀ, ਇੰਨੀ ਕਰਨ ਦੀ ਲੋੜ ਹੀ ਨਹੀਂ ਸੀ। ਉਹ ਮੈਨੂੰ ਕਹਿੰਦੇ ਮੈਨੇਜਰ ਸਾਹਿਬ ਹੁਣ ਸਾਡਾ ਰਾਜ ਨਹੀਂ, ਜਦੋਂ ਆਪਣਾ ਰਾਜ ਹੋਊ ਉਦੋਂ ਗੱਲ ਕਰਿਓ, ਹੁਣ ਇਹਨਾਂ ਦਾ ਰਾਜ ਹੈ ਜੀ। ਮੈਨੂੰ ਉਹ ਲੈ ਗਏ ਦਫ਼ਤਰ 'ਚ, ਦਫ਼ਤਰ ਉੱਤੇ ਸਾਡੀਆਂ 3 ਗੰਨਾਂ ਪਈਆਂ ਸੀ, ਉਹ ਸਾਰੀਆਂ 2 ਗੁਰਦੁਆਰੇ ਦੀਆਂ ਸੀ, ਇੱਕ ਧੰਨਾ ਸਿੰਘ ਸੇਵਾਦਾਰ ਗਵਰਨਮੈਂਟ ਸੀ ਟੋੜਾ ਸਾਹਿਬ ਉਹਦੀ ਸੀ, ਮਤਲਬ ਲਾਇਸੈਂਸ ਵਾਲੀਆਂ ਸੀ। ਲਾਇਸੈਂਸ ਵਾਲੀਆਂ ਗਨ ਸੀ। ਹਾਂ, ਕੋਈ ਨਜਾਇਜ਼ ਹਥਿਆਰ ਨਹੀਂ ਸੀ। ਕੀ ਸਮਝਦੇ ਹੋ ਵੀ ਕਾਰਵਾਈ ਜਿਹੜੀ ਹੋਈ ਹੈ ਕਿਸ ਤਰ੍ਹਾਂ ਦੀ ਤੁਹਾਨੂੰ ਲੱਗਿਆ ਵੀ ਨਜਾਇਜ਼ ਕਾਰਵਾਈ ਸੀ ਸਾਰੀ? ਨਜਾਇਜ਼ ਦੀ ਕੋਈ ਤਾਂ ਹੈ ਹੀ ਨਹੀਂ ਸੀ ਅੰਦਰ, ਕੋਈ ਫੜੇ ਹੀ ਨਹੀਂ, ਕਿਉਂਕਿ ਕੋਈ ਹਥਿਆਰ ਨਹੀਂ ਫੜਿਆ ਗਿਆ। ਇੱਕ ਪਿੱਛੋਂ ਉਹ ਕੀ ਹੁੰਦੀ ਆ ਮੂਹਰਲੇ ਪਾਸੋਂ ਮਸਾਲੇਦਾਰ ਇੱਕ ਉਹ ਫੜੀ, ਉਹ ਦਿਖਾਈ ਹੈ ਮੈਨੂੰ ਸ਼ੋਅ, ਕਹਿੰਦੇ ਜੀ ਅੰਦਰੋਂ ਫੜੀ ਗਈ ਹੈ। ਇੱਕ ਸਟੇਨ ਗਨ ਸੀ ਉਹ ਫੜੀ ਗਈ ਸੀ ਸੁਖਵੰਤ ਸਿੰਘ ਅੱਖਾਂ ਵਾਲੀ ਕੋਲੋਂ ਮੇਰੇ ਸਾਹਮਣੇ। ਮੈਨੂੰ ਨਹੀਂ ਪਤਾ ਵੀ ਸਾਰਾ ਸਟਾਫ ਨੂੰ ਬਾਹਰ ਬਿਠਾਇਆ ਹੋਇਆ, ਮੈਂ ਕਿਹਾ ਇੱਥੇ ਹੀ ਹੋਣਾ। ਮੈਂ ਇੱਧਰ ਜਿੱਧਰ ਦਫ਼ਤਰ ਸੀ ਉਦੋਂ ਪੇਪਰ ਪੌੜੀਆਂ ਉਤਰਦੀਆਂ ਸੀ, ਉੱਧਰ ਨੂੰ ਉਤਰੋ, ਕਹਿੰਦੇ ਕਿੱਧਰ? ਮੈਂ ਹੈਡ ਗ੍ਰੰਥੀ ਸਾਹਿਬ ਤੋਂ ਮੈਂ ਚੱਲਿਆ, ਉਹਨਾਂ ਨੇ ਖੋਲ੍ਹਣਾ, ਚਾਬੀ ਉਹਨਾਂ ਕੋਲ, ਕਹਿੰਦੇ ਉਹ ਤਾਂ ਸਾਰੇ ਬਾਹਰ ਨੇ। ਜਦੋਂ ਮੈਂ ਬਾਹਰ ਗਿਆ ਉੱਥੇ ਸਾਰੀਆਂ ਲੇਡੀਜ਼, ਸਾਰੇ ਸਟਾਫ ਦੇ ਬੁਰੀ ਤਰ੍ਹਾਂ ਹੱਥ ਬੰਨੇ ਹੋਏ ਪਿੱਛੇ, ਕੋਈ ਗ੍ਰੰਥੀ ਦੀ ਪਰਵਾਹ ਨਹੀਂ, ਕੋਈ ਹੈਡ ਗ੍ਰੰਥੀ ਦੀ ਪਰਵਾਹ ਨਹੀਂ, ਸਭ ਨੂੰ। ਮੈਨੂੰ ਨਹੀਂ ਪਤਾ ਵੀ ਬ੍ਰਿਗੇਡੀਅਰ ਨੇ ਇਸ਼ਾਰਾ ਕੀਤਾ ਜਾਂ ਉਹਨਾਂ ਨੇ ਹੈਡ ਗ੍ਰੰਥੀ ਨੂੰ ਫਿਰ ਹੱਥ ਖੋਲ੍ਹੇ। ਉਹ ਆਏ, ਚਾਬੀ ਲਿਆਈ ਤਾਂ ਇਹਨਾਂ ਨੇ ਕਹਿੰਦੇ ਵੀ ਚਲੋ। ਬ੍ਰਿਗੇਡੀਅਰ ਨੇ ਪੈਰ ਧੋਤੇ। ਉਸ ਵੇਲੇ ਮੈਨੂੰ ਉਹਨੇ ਕਿਹਾ, ਕਹਿੰਦਾ ਮੈਂ ਜਿਹੜੇ ਬੰਦੇ ਗਲਤ ਬੰਦੇ ਸੀ ਮਾਰਨੇ ਸੀ ਮੈਥੋਂ, ਨਜਾਇਜ਼ ਮਰ ਗਏ, ਮੈਂ 2 ਸੁਖਮਨੀ ਸਾਹਿਬ ਦੇ ਪਾਠ ਕੀਤੇ ਜਦੋਂ ਪੈਰ ਧੋਣ ਲੱਗਿਆ ਸੀ। ਉਹਨਾਂ ਨੇ ਫਿਰ ਉਹ ਨਮੈਸ਼ ਜੀ ਲਾਈ ਸੀ, ਇੱਕ ਤਾਂ 12 ਬੋਰ ਦੀ ਸੀ, ਇੱਕ ਉਹ ਹੁੰਦੀ ਆ ਛੋਟੀ ਜਿਹੀ ਚਿੱਤਰ ਮਾਰਨ ਵਾਲੀ ਬੰਦੂਕ ਸਿੱਖ ਦੇ ਕੋਹ ਸੀ, ਐਵੇਂ ਥੋੜ੍ਹੇ ਜਿਹੇ ਇੱਕ ਸਟੇਨ ਗਨ ਸੀ ਜਿਹੜੀ ਉਹ ਕਾਲੀ ਤੋਂ ਫੜੀ ਸੀ। ਇੱਕ ਉਹ ਜਿਹੜੀਆਂ ਟੋਕਾ ਮਸ਼ੀਨ ਵਾਲੀਆਂ ਗਰਾਰੀਆਂ ਜਿਹੀਆਂ ਨਹੀਂ ਹੁੰਦੀਆਂ ਉਹ ਪਈਆਂ ਸੀ। ਕਹਿੰਦੇ ਜੀ ਇਹ ਬੰਬ ਬਣਾਇਆ ਪਿਆ, ਮੈਨੂੰ ਨਹੀਂ ਪਤਾ, ਉਹ ਚਿਣੇ ਪਏ ਸੀਗੇ ਵੀ ਇਹਨਾਂ ਨੂੰ ਬੰਬ ਬਣਾਉਣ ਵਾਸਤੇ ਵਰਤਿਆ ਦਿਖਾ ਰਹੇ ਸੀ। ਉਸ ਤੋਂ ਬਾਅਦ ਇਹ ਲੇਡੀਜ਼ ਨੂੰ ਛੱਡਤਾ। ਅਜੇ ਮੈਂ ਉੱਥੇ ਹੀ ਹਾਂ ਤਾਂ ਮੈਨੂੰ ਉਦੋਂ ਵੱਜ ਗਏ 8, ਤਾਂ ਮੈਨੂੰ ਸੁਨੇਹਾ ਵੀ ਲੇਡੀਜ਼ ਰੋ ਰਹੀਆਂ ਨੇ। ਮੈਨੂੰ ਲੇਡੀਜ਼ ਨੂੰ ਇਸ ਸਰ 'ਤੇ ਛੱਡਿਆ ਉਹਨਾਂ ਨੇ ਵੀ ਦਫ਼ਤਰ ਤੋਂ ਅੱਗੇ ਨਹੀਂ ਜਾਣਾ। ਉਸ ਤੋਂ ਬਾਅਦ ਫਿਰ ਮੈਨੂੰ ਕਹਿੰਦੇ ਵੀ ਡੈਡ ਬੋਡੀਆਂ, ਮੈਂ ਜੀ ਪਛਾਣੋ, ਮੈਂ ਜੀ ਮੈਂ ਤਾਂ 2 ਪਛਾਣੀਆਂ ਨੇ। ਕਹਿੰਦੇ ਲੋਕਲ, ਮੈਂ ਜੀ ਲੋਕਲ ਬੰਦੇ ਹੈ ਜਿਹੜੇ, ਕਹਿੰਦੇ ਉਹਨਾਂ ਨੂੰ ਲਿਆਓ। ਮੈਂ ਜੀ ਮੈਂ ਕਿਵੇਂ ਜਾ ਸਕਦਾ? ਮੈਨੂੰ ਐਂ ਕਹਿੰਦੇ ਵੀ ਆਹ ਜੀਪ ਖੜੀ ਆ, ਇਹ ਲੈ ਜਾ। ਐਂ ਕਰ, ਜਿਹੜਾ ਬੰਦਾ ਤੁਹਾਨੂੰ ਲੱਗਦਾ ਵੀ ਉਹ ਬੰਦੇ ਪਛਾਣਦਾ ਉਹਨਾਂ ਨੂੰ ਲੈ ਆ। ਮੈਂ ਤਾਂ ਪੋਸਟਮਾਰਟਮ ਤੁਸੀਂ ਕਰਵਾਇਆ, ਉਸ ਤੋਂ ਬਾਅਦ ਉਹਦਾ ਕ੍ਰਿਮੇਸ਼ਨ ਇਹਨਾਂ ਸਾਰਿਆਂ ਕ੍ਰਿਮੇਸ਼ਨ ਵੀ ਤੁਸੀਂ ਕਰਾਇਆ। ਹਾਂ, ਇਹ ਜਿਹੜੀਆਂ ਡੈਡ ਬੋਡੀ, ਕਿਵੇਂ ਹੋਇਆ? ਮੈਂ ਦੱਸਦਾ, ਜਿਹੜੀਆਂ ਡੈਡ ਬੋਡੀਆਂ ਸਾਰਿਆਂ ਦੀ ਫੋਟੋ ਹੋਈ ਹੈ, ਸਿੱਧੇ ਕਰਕੇ ਸਾਰਿਆਂ ਦੀਆਂ ਫੋਟੋ ਲਈਆਂ, ਉਹ ਲਈਆਂ ਪੰਜਾਬ ਪੁਲਿਸ ਵਾਲਿਆਂ ਨੇ। ਫਿਰ ਮੈਨੂੰ ਕਹਿੰਦੇ ਵੀ ਹੁਣ ਇਹਨਾਂ ਨੂੰ ਫਿਰ ਮੈਨੂੰ ਟਰੱਕ, ਮੈਨੂੰ ਨਹੀਂ ਪਤਾ ਪੁਲਿਸ ਵਾਲੇ ਕਿੱਥੋਂ ਲਿਆਏ, ਡੈਡ ਬੋਡੀਆਂ ਰਖਾਈਆਂ ਉੱਥੇ। ਉੱਥੇ ਛੱਡ ਆਇਆ, ਮੈਂ ਨਹੀਂ ਕਿਹਾ ਕੋਲ ਲੈ ਗਏ, ਪਰ ਜੀਪ ਮੇਰੇ ਕੋਲ ਹੀ ਰਹੀ। ਉਹ ਸ਼ਿੰਗਾਰਾ ਸਿੰਘ ਵੀ ਮੇਰੇ ਨਾਲ ਹੀ ਰਿਹਾ। ਮੈਨੂੰ ਕਹਿੰਦੇ ਹਸਪਤਾਲ ਚਲੇ ਜਾਓ। ਉੱਥੇ ਮੈਨੂੰ ਕਹਿੰਦੇ ਵੀ ਹੁਣ ਤੁਸੀਂ ਲੱਕੜਾਂ ਦਾ ਪ੍ਰਬੰਧ ਕਰੋ। ਫਿਰ ਮੈਂ ਉਹੀ ਟਰੱਕ 'ਚ ਲੱਕੜਾਂ ਭੇਜੀਆਂ। ਫਿਰ ਕਹਿੰਦੇ ਜੀ ਉਹਨਾਂ ਦਾ ਚਿੱਟੀਆਂ ਚਾਦਰਾਂ, ਮੈਂ ਹੈਡ ਗ੍ਰੰਥੀ ਨੂੰ ਕਿਹਾ ਵੀ ਚਿੱਟੀਆਂ ਚਾਦਰਾਂ ਦਾ ਪ੍ਰਬੰਧ ਕਰੋ। ਉਹ ਜਿਹੜੀਆਂ ਵੱਡੀਆਂ ਚਾਦਰਾਂ ਹੁੰਦੀਆਂ ਉਹਨਾਂ 'ਚੋਂ ਫਿਰ ਪਾੜ ਕੇ ਸੀ ਪੂਰੀਆਂ ਕੀਤੇ, ਉਹ ਲੈ ਗਏ ਮੈਨੂੰ। ਫਿਰ ਉੱਥੇ ਲੈ ਗਏ ਰਜਿੰਦਰਾ 'ਚ। ਉਹਨਾਂ ਨੇ ਜੋ ਮੈਂ ਇੱਕ ਲਾਈਨ ਪੜ੍ਹੀ ਸੀ ਜਿਹੜੀ ਉਹ ਲਿਖ ਰਹੇ ਸੀ ਪੰਜਾਬੀ 'ਚ, ਉਹ ਰਿਪੋਰਟ, ਉਹਦੇ 'ਚ ਇਹ ਲਿਖਿਆ ਸੀ ਵੀ ਅੱਤਵਾਦੀਆਂ ਨੇ ਗੁਰਦੁਆਰੇ 'ਤੇ ਹਮਲਾ ਕੀਤਾ। ਜੋ ਮੈਂ ਇੱਕ ਲਾਈਨ ਛੇਤੀ ਪੜ੍ਹੀ, ਦਸਖਤ ਮੇਰੇ ਕਰਾ ਰਹੇ ਸੀ ਨਾਲ ਦੇ, ਫਟਾਫਟ ਕਰਦੇ ਦਸਖਤ। ਇੱਕ ਲਾਈਨ ਪੜ੍ਹੀ ਵੀ ਉਹ ਜਦੋਂ ਅੱਤਵਾਦੀ ਕੰਟਰੋਲ 'ਚ ਨਹੀਂ ਆਏ ਤਾਂ ਮੈਨੇਜਰ ਨੇ ਡੀਸੀ ਨੂੰ ਕਿਹਾ ਵੀ ਕੰਟਰੋਲ ਤੋਂ ਬਾਹਰ ਹੈ, ਸਾਨੂੰ ਫੋਰਸ ਭੇਜੋ। ਅੱਛਾ, ਉਹ ਪੁਲਸੀਆ ਕਾਰਵਾਈ ਜਿਹੜੀ ਸੀ ਹਾਂ, ਕੀਤੀ ਉਹਨਾਂ ਨੇ। ਤੇ ਮੈਂ ਉਹਨੂੰ ਕਿਹਾ ਵੀ ਕਹਿੰਦਾ ਸਰਦਾਰ ਜੀ ਚੁੱਪ ਕਰਕੇ ਦਸਤਖਤ ਕਰਾ ਲਓ, ਇਹ ਸਾਡਾ ਕੰਮ ਹੈ, ਤੁਹਾਡਾ ਕੰਮ ਨਹੀਂ ਹੈ, ਕੀ ਲਿਖਣਾ। ਦਸਤਖਤ ਤੋਂ ਕਰਾ ਲਏ। ਉੱਥੇ ਵੱਜ ਗਏ ਪੰਚਨਾਮਾ ਹੋ ਗਿਆ ਨਾ, ਪਤਾ ਨਹੀਂ ਕੀ, ਮੈਂ ਨਹੀਂ ਸਮਝਦਾ ਸੀ। ਉੱਥੇ ਮੈਨੂੰ ਵੱਜ ਗਏ 8 ਵਜੇ ਤਾਈਂ ਪੋਸਟਮਾਰਟਮ ਹੁੰਦਾ ਰਿਹਾ। ਜਦੋਂ ਵੱਜ ਗਏ 10 ਟਰੱਕ ਆਇਆ, ਮੈਨੂੰ ਕਹਿੰਦੇ
ਤੁਸੀਂ ਸੰਸਕਾਰ ਨੂੰ ਲੈ ਜਾਓ। ਰਾਤ ਨੂੰ ਮੈਂ ਸੀ, ਡਾਕਟਰ ਮਾਨ ਸਿੰਘ, ਇੱਕ ਉਹ ਜਗਜੀਤ ਸਿੰਘ ਗੰਗਾ ਨਗਰ ਵਾਲਾ ਜਿਹਦੀ ਪਹਿਲੀ ਡੈਡ ਬੋਡੀ, ਉਹਦੇ ਘਰ ਵਾਲੀ, ਅਸੀਂ ਤਿੰਨੇ, ਇੱਕ ਉਹੀ ਜੀਪ ਜਿਹੜੀ ਮੈਨੂੰ ਜੀਪ ਦਿੱਤੀ ਸੀ ਇਹਨਾਂ ਨੇ, ਪੁਲਿਸ ਅਫਸਰ, ਮੇਰਾ ਖਿਆਲ ਹੈ ਉਹ ਜਸਵੰਤ ਸਿੰਘ ਸੀ ਉਹਦਾ ਨਾਮ। ਮੇਰੀ ਰਾਤ ਗਰਮੀ ਅੰਤਾਂ ਦੀ, ਮੈਂ ਉੱਥੇ ਜਿਹੜਾ ਉਹ ਬੈਠਾ ਹੁੰਦਾ ਹੈ ਸੰਸਕਾਰ ਜੀ ਘਰ ਲਿਖਦਾ, ਮੈਨੂੰ ਕਿਹਾ ਵੀ ਪਾਣੀ ਪਿਆ ਦੇ ਸਾ। ਉਹਨੇ ਸਾਨੂੰ ਇੱਕ ਬਾਟੀ 'ਚ ਪਾਣੀ ਪਿਆਇਆ, ਕਹਿੰਦਾ ਜੀ ਹੁਣ ਕਰੀਏ। ਮੈਂ ਤਾਂ ਉੱਥੇ ਬਹਿ ਗਿਆ, ਮੈਂ ਤਾਂ ਬੁਰਾ ਹਾਲ ਹੈ। ਸੁਬਾਹ ਦਾ ਨਾ ਕੋਈ ਖਾਧਾ ਨਾ ਪੀਤਾ, ਇੱਕ ਭਾਈ ਸਾਹਿਬ ਦੇ ਘਰੇ ਜਿਹੜਾ ਪਾਣੀ ਪੀ ਲਿਆ। ਉਹਨਾਂ ਨੂੰ ਜਸਵੰਤ ਸਿੰਘ ਵੀ ਉੱਥੇ ਬੈਠਾ, ਮੈਨੂੰ ਨਹੀਂ ਪਤਾ ਉਹਨੇ ਕਿਵੇਂ ਢੇਰ ਲਾਇਆ। ਕਹਿੰਦਾ ਜੀ 665, ਮੈਂ ਕਿਹਾ ਠੀਕ। ਉਹ ਕਹਿੰਦਾ ਜੀ ਆ ਕਰਤਾ। ਉਹਨੇ ਸਾਡੇ ਹੁੰਦੇ ਭਾਂਬੜ ਜੇ ਮੱਚ ਗਏ। ਇੰਨਾ ਸਾਨੂੰ ਲਿਖਦੇ ਸੀ ਵੀ ਬਡੂੰਗਰ ਦੇ ਲੋਕ ਕੋਠਿਆਂ 'ਤੇ ਖੜ੍ਹੇ, ਉਹ ਸਾਨੂੰ ਲਾਈਟ ਹੁੰਦੀ ਸੀ ਨਾ ਅੱਗ ਦੀ, ਉਹ ਸਾਨੂੰ ਦਿਖਦੇ ਸੀ। ਉੱਥੋਂ ਕੋਈ 11:30 ਵਜੇ ਜਦੋਂ ਮੈਂ ਆਇਆ, ਮੈਂ ਕਿਹਾ ਮੈਨੂੰ ਦੁੱਖ ਨਿਵਾਰਨ ਉਤਾਰ ਦਿਓ। ਮਿਲਟਰੀ ਵਾਲਿਆਂ ਨੇ ਬੰਦੂਕਾਂ ਕੱਢ ਲਈਆਂ। ਕੌਣ ਹੋ? ਕਰਫਿਊ ਲੋ, ਕਹਾਂ ਫਿਰ ਰਹੇ ਹੋ? ਮੈਨੂੰ ਕਹਿੰਦਾ ਜੀ ਇਹਨਾਂ ਤੋਂ ਕਾਹਨੂੰ ਆਪਾਂ ਬੁਰੇ ਪੈਣੇ, ਚਲੋ ਉੱਥੇ ਬਗ ਚੱਲਦੇ ਹਾਂ, ਸਿਵਲ ਲਾਈਨ ਚੱਲਦੇ ਹਾਂ। ਮੈਂ ਕਿਹਾ ਚਲੋ। ਅਸੀਂ ਉੱਥੇ ਚਲੇ ਗਏ। ਉਹ ਲੇਡੀ ਅਤੇ ਮਨ ਅਤੇ ਮੈਨੂੰ ਉੱਥੇ ਕਿਤੇ ਮੈਥੋਂ ਬਾਅਦ ਬ੍ਰਿਗੇਡੀਅਰ ਉਹ ਆ ਗਿਆ, ਕਰਨਲ ਆਨੰਦ ਕੁਮਾਰ। ਉਹ ਲੇਡੀਜ਼ ਸਾਰੀਆਂ ਪਿੱਪਲ ਥੱਲੇ ਬੈਠੀਆਂ ਰੋ ਰਹੀਆਂ ਸੀ। ਉਹ ਕਹਿੰਦਾ ਵੀ ਤੁਸੀਂ ਕਿਉਂ ਰੋ ਰਹੀ ਹੋ? ਉਹ ਕਹਿੰਦੇ ਵੀ ਸਾਡੇ ਘਰ ਦੇ, ਸਾਡੇ ਨਾਲ ਦੇ ਬੰਦੇ ਹੈ ਨਹੀਂ। ਉਹ ਕਹਿੰਦਾ ਮੈਨੇਜਰ ਨੂੰ ਬੁਲਾਓ। ਇਹ ਮੇਰੀ ਵਾਈਫ ਬੈਠੀ ਰੋ ਰਹੀ ਸੀ। ਉਹ ਕਹਿੰਦੀ ਵੀ ਉਹ ਤਾਂ ਹਾਂ, ਇਹ ਕਹਿੰਦੀ ਵੀ ਉਹਨੂੰ ਤਾਂ ਸੁਬਾਹ ਦੇ ਲੈ ਕੇ ਮੁੜ ਕੇ ਆਈ ਹੀ ਨਹੀਂ ਜੀ। ਉਹਨੇ DC ਨੂੰ ਟੈਲੀਫੋਨ ਕੀਤਾ, ਹਾਂ ਨਾ। ਉਦੋਂ ਪਹਿਲਾਂ ਆਪਣੇ ਮੇਰਾ ਖਿਆਲ ਹੈ ਸ਼ਰਮਾ ਹੁੰਦੇ ਸੀ ਇੰਸਪੈਕਟਰ ਸੋਹਣ ਲਾਲ, ਉਹਨੇ ਵੀ ਮੈਨੇਜਰ ਨੂੰ ਅੰਦਰ ਨਹੀਂ ਵੜਨ ਦਿੱਤਾ। SP ਕਹਿਣ ਲੱਗੇ ਵੀ ਇਹਨੂੰ ਤੁਸੀਂ ਆਪਣੇ ਘਰੇ ਲੈ ਜਾਓ, ਇੱਥੇ ਨਾ ਪਾਇਓ, ਉਹਨਾਂ ਨੂੰ ਘਰੇ ਲੈ ਜਾਓ। ਮੈਨੂੰ ਕਹਿੰਦਾ ਜੀ, ਮੈਂ ਕਿਹਾ ਤੁਸੀਂ ਮੈਨੂੰ ਮੇਰੇ ਭਰਾ ਦੇ ਘਰੇ ਛੱਡ ਦਿਓ। ਉਹ ਕਹਿੰਦਾ ਜੀ ਹਾਂ ਇਹਨਾਂ ਦਾ। ਉਹ ਮੈਨੂੰ ਇੱਕ ਉਹ ਬੈਨਾਂ ਜੀ ਘਰੇ ਛੱਡ ਗਏ। ਉੱਥੇ ਮੈਂ ਭਾਈ ਸਾਹਿਬ ਨੂੰ ਕਿਹਾ, ਮੈਂ ਕਿਹਾ ਮੈਨੂੰ ਚਾਹ ਪਿਆਓ ਪਹਿਲਾਂ ਤਾਂ, ਮੈਂ ਨਹਾਤਾ ਹੀ ਆ ਜੇ। ਉਹ ਸੈਰਨ ਜੇ ਫੇਰ ਵੱਜਣ ਲੱਗ ਗਏ। ਮੈਂ ਕਿਹਾ ਬਾਈ ਹੁਣ ਮੈਨੂੰ ਇਹਨਾਂ ਨੇ ਮਾਰਨਾ, ਜਿਹੜੇ ਹੁਣ ਲੈਣ ਆਏ ਆ। ਖੈਰ ਮੈਂ ਗਿਆ ਪੁਲਿਸ 'ਚ ਗਿਆ। ਉੱਥੇ ਉਹੀ ਕਰਨਲ ਖੜ੍ਹਾ, ਛੋਟਾ ਟਰੱਕ ਜਿਹਾ ਲੈ ਕੇ। ਪੁਲਿਸ ਵਾਲੇ ਕਹਿਣ ਵੀ ਹੁਣ ਮੈਨੇਜਰ ਦੀ ਵਾਰੀ ਆ ਗਈ, ਜਿਹੜਾ ਰਾਤ ਦੇ ਇੰਨੇ ਵਜੇ। ਅਤੇ ਜਦੋਂ ਮੈਂ ਰਾਹ 'ਚ ਆਇਆ, ਟਰੱਕ ਆਇਆ ਜੇਲ੍ਹ ਦੇ ਸਾਹਮਣੇ ਜੀ, ਤਾਂ ਮੈਨੂੰ ਕਰਨਲ ਕਹਿੰਦਾ ਤੁਹਾਨੂੰ ਪਤਾ ਮੈਂ ਕਿਉਂ ਲੈ ਚੱਲਿਆ ਤੁਹਾਨੂੰ? ਕਹਿੰਦਾ ਮੈਂ ਗਿਆ ਸੀ ਗੁਰਦੁਆਰੇ, ਉੱਥੇ ਲੇਡੀਜ਼ ਰੋ ਰਹੀਆਂ ਨੇ, ਮੈਂ ਤੁਹਾਡਾ ਪਤਾ ਕੀਤਾ? ਕਹਿੰਦਾ ਮੈਂ DC ਨੂੰ ਕਿਹਾ ਵੀ ਜਦੋਂ ਅਸੀਂ ਨਹੀਂ ਗ੍ਰਿਫਤਾਰ ਕੀਤਾ ਮੈਨੇਜਰ ਕਿੱਥੇ? ਸਾਡੇ ਕੋਲੇ ਤਾਂ ਹੈ ਨਹੀਂ, ਉਹ ਕਿਉਂ ਫੜਿਆ? ਉਹ ਕਹਿੰਦੇ ਵੀ ਤੁਹਾਡੇ, ਕਹਿੰਦਾ ਮੈਂ ਤੁਹਾਨੂੰ ਲੈਣ ਆਇਆ, ਅੰਦਰ ਜਾਓ। ਇਹਨਾਂ ਲੇਡੀਜ਼ ਨੂੰ ਕਹੋ ਵੀ ਰੋਣ ਨਾ, ਸਾਰੇ ਬੰਦਿਆਂ ਨੂੰ ਮੈਂ ਸੁਬਾਹ ਛਡਾ ਦੂੰ। ਮੈਂ ਲੇਡੀਜ਼ ਨੂੰ ਉਸ ਵੇਲੇ ਪਾਣੀ ਪਿਆਇਆ, ਚਾਹ ਬਣਵਾ ਕੇ ਵੀ ਪਿਆਈ ਘਰੋਂ, ਵੀ ਚਲੋ ਤੁਸੀਂ ਬੈਠੋ। ਸੋਣਾ ਤੱਕ ਹੀ ਨਹੀਂ ਸੀ ਨਾ, ਮੈਂ ਸੋਣਾ ਸੀ ਨਾ। 12-1 ਵੱਜ ਗਿਆ, ਸਾਨੂੰ 2 ਵੱਜ ਗਏ ਹੋਣੇ ਨੇ। ਗਰਮੀ ਅੰਤਾਂ ਦੀ, ਤੜਕੇ ਉੱਠਿਆ, ਫੇਰ ਆ ਗਏ ਉਹ। ਮਤਲਬ ਕਾਫੀ ਖੌਫ ਦਾ ਮੰਜ਼ਰ ਤੁਸੀਂ ਹੰਢਾਇਆ। ਤੁਸੀਂ ਸੁਣਿਆ ਕਿਸ ਤਰੀਕੇ ਦੇ ਨਾਲ ਅਜਾਇਬ ਸਿੰਘ ਸ਼ੇਰਗਿੱਲ ਮੈਨੇਜਰ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਦੇ ਬਿਰਤਾਂਤ ਦੱਸ ਰਹੇ ਸਨ, ਕਿਸ ਤਰੀਕੇ ਦੇ ਨਾਲ ਜੋ ਕਾਰਵਾਈ, ਫੌਜੀ ਕਾਰਵਾਈ ਇੱਥੇ ਪਟਿਆਲਾ ਦੇ ਗੁਰਦੁਆਰਾ ਸ਼੍ਰੀ ਦੁੱਖ ਨਿਵਾਰਨ ਸਾਹਿਬ ਵਿਖੇ ਹੋਈ। ਜੂਨ 1984 ਦੌਰਾਨ ਪੰਜਾਬ ਵਿੱਚ ਜੋ ਸਾਕਾ ਨੀਲਾ ਤਾਰਾ ਹੋਇਆ ਸੀ, ਔਰ ਦਰਬਾਰ ਸਾਹਿਬ ਜਿਹੜੀ ਕਾਰਵਾਈ ਹੋਈ ਉਹ ਤਾਂ ਹਰ ਕੋਈ ਜਾਣਦਾ, ਪਰ ਪੰਜਾਬ ਦੇ ਕਈ ਗੁਰਦੁਆਰਿਆਂ ਵਿੱਚ ਵੀ ਬਲੂ ਸਟਾਰ ਦੇ ਆਪਰੇਸ਼ਨ ਦੌਰਾਨ ਫੌਜੀ ਕਾਰਵਾਈ ਕੀਤੀ ਗਈ। ਪਟਿਆਲਾ ਦੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਜੋ ਪਾਤਸ਼ਾਹੀ 9ਵੀਂ ਦਾ ਇਤਿਹਾਸਕ ਗੁਰਦੁਆਰਾ ਹੈਗਾ, ਇੱਥੇ ਵੀ ਕਾਰਵਾਈ ਕੀਤੀ ਗਈ। ਸਾਡੇ ਨਾਲ ਮੌਜੂਦ ਨੇ ਸਾਹ ਕਿਰਪਾਲ ਸਿੰਘ, ਉਸ ਵੇਲੇ ਦਰਬਾਰ ਸਾਹਿਬ ਦੇ ਅੰਦਰ ਸੇਵਾਦਾਰ ਦੀ ਡਿਊਟੀ ਇਹ ਨਿਭਾ ਰਹੇ ਸੀ। ਇਹਨਾਂ ਤੋਂ ਜਾਣਦੇ ਹਾਂ ਕਿਸ ਤਰ੍ਹਾਂ ਸਾਰਾ ਬਿਰਤਾਂਤ ਹੋਇਆ। ਸਾਹ ਕਿਰਪਾਲ ਸਿੰਘ ਜੀ, ਤੁਸੀਂ ਸੇਵਾਦਾਰ ਦੀ ਡਿਊਟੀ ਦਰਬਾਰ ਸਾਹਿਬ ਦੇ ਅੰਦਰ ਨਿਭਾਉਂਦੇ ਸੀਗੇ, ਉਸ ਜਿਵੇਂ ਤੁਸੀਂ ਦੱਸਿਆ, ਕਿਵੇਂ ਸਾਰਾ ਵਾਕਿਆ ਹੋਇਆ ਜੂਨ ਦੇ, ਸਾਨੂੰ ਬੜਾ ਦਰਸ਼ਕਾਂ ਨੂੰ ਥੋੜ੍ਹਾ ਦੱਸੋ। ਇਹ ਜੀ ਸ਼ਾਮ ਨੂੰ 4 ਜੂਨ ਨੂੰ ਸ਼ਾਮ ਨੂੰ 4 ਸਵੇਰੇ ਘੇਰਾ ਮਿਲਟਰੀ ਨੇ ਪਾ ਲਿਆ, ਪੂਰਾ ਸਾਰਾ ਹੀ 4 ਸਵੇਰਾ, ਕੋਈ ਜਗ੍ਹਾ ਨਹੀਂ ਉੱਥੇ, ਕਰਫਿਊ ਲੱਗਿਆ ਪਿਆ ਸੀ, ਕੋਈ ਵੀ ਬੰਦਾ ਆਉਣ ਜਾਣ ਨਹੀਂ ਦਿੱਤਾ ਉਹਨਾਂ ਨੇ ਜੀ।
ਸਾਡੇ ਕੁਆਟਰ ਲੰਗਰ ਦੇ ਬੈਕ ਸਾਈਡ ਸੀ। ਅਸੀਂ ਵੀ 2-3 ਰਾਤਾਂ ਸਰੋਵਰ ਤੇ ਸੌਂਦੇ ਰਹੇ ਜੀ, ਤੇ ਡਰਦੇ ਮਾਰੇ। ਤੇ ਉਦੋਂ ਗੁਰੂ ਅਰਜਨ ਦੇਵ ਜੀ ਦਾ ਗੁਰਪੁਰਬ ਦੀ ਰਾਤ ਨੂੰ ਸੰਗਤ ਬਹੁਤ ਆਉਂਦੀ ਸੀ ਉਦੋਂ ਜੀ, ਪੰਚਮੀ ਦੇ ਦਿਹਾੜੇ ਤੇ ਇੱਕ ਦਿਨ ਪਹਿਲਾਂ ਦੀਵਾਨ ਲੱਗਦੇ ਸੀ ਜੀ, ਇਸ ਕਰਕੇ ਸੰਗਤ ਜ਼ਿਆਦਾ ਸੀ। ਤੇ ਉਹਨਾਂ ਨੇ ਰਾਤ ਨੂੰ ਪੌਣੇ 1 ਵਜੇ 6 ਜੂਨ ਨੂੰ ਪੂਰਾ 4 ਸਵੇਰੇ ਤੋਂ ਗੋਲੀਆਂ ਚੱਲਦੀਆਂ ਰਹੀਆਂ ਜੀ। ਅਸੀਂ ਭੱਜ ਕੇ ਕੋਈ ਟੈਂਕ ਵਗੈਰਾ ਵੀ ਲਗਾਏ ਸੀਗੇ, ਟੈਂਕ ਲਗਾ ਤੇ ਚਾਰ ਚੁਫਰੇ? ਹਾਂਜੀ, ਇੱਕ ਤਾਂ ਦਰਬਾਰ ਸਾਹਿਬ ਦੇ ਸਾਹਮਣੇ ਡਿਊਟੀ ਦੇ ਟੈਂਕ ਲੱਗਿਆ ਸੀ ਜੀ, ਇੱਕ ਲੰਗਰ ਵਾਲੀ ਬੈਕ ਸਾਈਡ ਤੇ ਲੱਗਿਆ ਸੀ ਜੀ, ਬਾਕੀ ਸੜਕ ਤੇ ਬਾਹਰ ਖੜੇ ਸੀ, ਅੰਦਰ 2 ਟੈਂਕਰ ਲੱਗੇ ਸੀ ਜੀ। ਤੇ ਗੋਲੀਆਂ ਚਲਾ ਕੇ ਕਿੱਥੇ ਚਲਾਈਆਂ ਸੀ ਗੋਲੀਆਂ? ਸਰਾਂ ਚਲਾਈਆਂ ਸੀ ਜਾਂ ਅੰਨੇਵਾਹ ਚਲਾਤੇ? ਗੋਲੀਆਂ 4 ਸਵੇਰੇ ਘੇਰਾ ਸੀ ਜੀ, ਉਹ ਰਾਤ ਨੂੰ ਗੋਲੀ ਆਪਸ ਵਿੱਚ ਹੀ ਚੱਲੇਗੀ ਉਹਨਾਂ ਦੀ ਮਿਲਟਰੀ ਵਾਲਿਆਂ ਦੀ। ਤੇ ਬਾਕੀ ਜਦੋਂ ਉਹਨਾਂ ਨੇ ਦੇਖਿਆ ਵੀ ਅੰਦਰੋਂ ਤਾਂ ਗੋਲੀ ਆ ਨਹੀਂ ਰਹੀ, ਤੇ ਉਹਨਾਂ ਨੇ ਫਿਰ ਅੰਦਰ ਆ ਕੇ ਜੁੱਤੀਆਂ ਸਮੇਤ ਚੱਲ ਆ ਗਏ ਇੱਕ ਵਾਰੀ ਉਹ ਦਰਬਾਰ ਸਾਹਿਬ 'ਚ। ਅਸੀਂ ਦਰਬਾਰ ਸਾਹਿਬ ਦੇ ਸਰੋਵਰ ਵਾਲੇ ਪਾਸੇ ਬੈਠੇ ਸੀ, ਤੇ ਇੱਕ ਨਿਸ਼ਾਨ ਸਾਹਿਬ ਤੇ ਇੱਕ ਬਾਬਾ ਥੋੜ੍ਹਾ ਬਜ਼ੁਰਗ ਸੀ। ਪਹਿਲਾਂ ਅਸੀਂ ਉੱਥੇ ਹੀ ਬੈਠੇ ਸੀ ਨਿਸ਼ਾਨ ਸਾਹਿਬ ਦੇ ਕੋਲ, ਤੇ ਅਸੀਂ ਮੇਰੀਆਂ 2 ਛੋਟੀਆਂ ਬੇਟੀਆਂ ਸੀ ਉਦੋਂ, ਤੇ ਉਹਨਾਂ ਨੂੰ ਅਸੀਂ ਉਂਗਲਾਂ 'ਚ ਬਾਂਹ ਤੋਂ ਫੜ ਕੇ ਘੜੀਸ ਕੇ ਹੀ ਲੈ ਕੇ ਗਏ ਸਰੋਵਰ ਤੇ। ਜਦੋਂ ਲਾਈਟ ਬੰਬ ਚੜਾਉਂਦੇ ਸੀ ਨਾ, ਬਿਲਕੁਲ ਰੋਸ਼ਨੀ ਹੋ ਜਾਂਦੀ ਸੀ। ਉਹਨਾਂ ਨੇ ਦੇਖਿਆ ਵੀ ਕੋਈ ਮਾਰ ਰਿਹਾ, ਕੋਈ ਕਾਫੀ ਬੰਦੇ ਸਰੋਵਰ ਤੇ ਸੀ ਮਾਰੇ ਗਏ। ਬਿਨਾਂ ਕਿਸੇ ਕਾਰਵਾਈ ਅੱਗੋਂ ਕੋਈ ਜਵਾਬ ਗੋਲੀ ਦੇ ਅੰਨੇਵਾਹ ਫਾਇਰਿੰਗ ਫੌਜ ਵੱਲੋਂ ਕੀਤੀ ਗਈ ਸੀ। ਅੰਦਰੋਂ ਕੋਈ ਜਵਾਬ, ਅੰਦਰ ਕੋਈ ਹੈ ਨਹੀਂ ਸੀ, ਹਥਿਆਰ ਨਹੀਂ ਸੀਗੇ? ਨਾ ਜੀ, ਅੰਦਰ ਕੋਈ ਹਥਿਆਰ ਨਹੀਂ ਫੜਿਆ ਗਿਆ ਮੌਕੇ ਤੇ ਜੀ। ਮੁੰਡੇ ਸੀ ਜਿਹੜੇ ਵਿਚਾਰੇ ਬਾਹਰੋਂ ਕੋਈ ਯਾਤਰੂ ਆਏ ਦੇ, ਕੁਛ ਉਹਨਾਂ 'ਚ ਫੜ ਕੇ ਲੈ ਗਏ, ਕੋਈ ਸਾਡੇ ਮੁਲਾਜ਼ਮਾਂ ਦੇ ਬੱਚੇ ਸੀ ਉਹਨਾਂ ਨੂੰ ਵੀ ਲੈ ਗਏ 4-5। ਤੁਹਾਡਾ ਕਹਿਣਾ ਮਤਲਬ ਕੋਈ ਗਿਣਤੀ ਨਹੀਂ ਸੀ ਮਰਨ ਵਾਲਿਆਂ ਦੀ? ਕਿੰਨੇ ਸੀ? ਕੋਈ ਗਿਣਤੀ ਕਿਸੇ ਨੇ ਉੱਥੇ ਗਿਣਤੀ ਹੋਣੀ ਨਹੀਂ ਸੀ ਜੀ। ਰਾਤ ਲਾਸ਼ਾਂ ਚੁੱਕਦੇ ਤੇ ਆਪਣੀ ਗੱਡੀਆਂ 'ਚ ਲੈ ਗਏ ਉਹ, ਪਰ ਕੋਈ ਜਿਹੜਾ ਕਿਸੇ ਨੂੰ ਪਤਾ ਲੱਗਦਾ ਸੀ। ਜਿਹੜਾ ਬੰਦਾ ਸਰਾਂ 'ਚ ਉਹਨੂੰ ਸਰਾਂ ਦਾ ਪਤਾ ਸੀ, ਜਿਹੜਾ ਦਰਬਾਰ ਸਾਹਿਬ ਉਹਨੂੰ ਦਰਬਾਰ ਸਾਹਿਬ ਦਾ ਪਤਾ ਸੀ ਜੀ। ਬਾਕੀ ਕਿਸੇ ਨੂੰ ਕਿਸੇ ਗੱਲ ਦਾ ਪਤਾ ਹੀ ਨਹੀਂ ਸੀ ਲੱਗ ਰਿਹਾ। ਹਾਂਜੀ, ਆਪਸ ਵਿੱਚ ਵੀ ਸਾਡੇ ਮੁਲਾਜ਼ਮ ਅਸੀਂ ਲੱਭਦੇ ਰਹੇ। ਫਿਰ ਉਸ ਦੌਰਾਨ ਜਦੋਂ ਦਿਨ ਵਿੱਚ ਤੇ ਉਹ ਲੈ ਕੇ ਸਾਨੂੰ ਤਾਂ ਜਿਹੜੇ ਜਵਾਨ ਮੁੰਡੇ ਸੀ ਉਹਨਾਂ ਨੂੰ ਤਾਂ ਸਦਰ ਥਾਣੇ ਬੰਦ ਕਰਤਾ, ਜਿਹੜੇ ਬਜ਼ੁਰਗ ਤੇ ਉਹਨਾਂ ਨੂੰ ਉੱਥੇ ਛੱਡਤਾ। ਬਾਕੀ ਜਿਹੜੇ ਯਾਤਰੂ ਤੇ ਜਵਾਨ ਮੁੰਡੇ ਸੀ ਸਾਰਿਆਂ ਨੂੰ ਥਾਣੇ 'ਚ ਇੱਕ ਵਾਰੀ ਲੈ ਗਏ ਘਰਾਂ ਤੋਂ, ਉੱਥੋਂ ਥਾਣੇ 'ਚ ਪੁਲਿਸ ਵਾਲੇ ਭੇਜ ਕੇ ਇਨਕੁਆਇਰੀ ਕਰਕੇ ਤਾਂ ਫਿਰ ਉਹਨੂੰ ਛੱਡਿਆ ਸਾਨੂੰ। ਰਾਤ ਨੂੰ ਫਿਰ ਬੰਦ ਕਰਕੇ ਗੱਡੀ 'ਚ ਫਿਰ ਰਾਤ ਨੂੰ ਛੱਡ ਕੇ ਗਏ ਨੇ 12-1 ਵਜੇ ਜਿਹੜੇ ਜਵਾਨ ਮੁੰਡੇ ਸੀ ਜਿਹੜੇ ਸੇਵਾਦਾਰ। ਮਤਲਬ ਕਿਸੇ ਦੀ ਉਹ ਨਹੀਂ ਪੁੱਛਿਆ ਕਿਸ ਤਰੀਕੇ ਨਾਲ ਮਾਰਦੇ ਸੀ? ਕੋਈ ਪ੍ਰਕਾਸ਼ ਦਾੜਾ ਦਾ ਪ੍ਰਕਾਸ਼ ਦੇ ਸਰਦਾਰ ਨੂੰ ਮਾਰਦੇ ਸੀ ਜਾਂ ਗਾਤਰੇਲ ਨੂੰ ਮਾਰਦੇ, ਜਾਂ ਬੀਬੀਆਂ ਨੂੰ ਵੀ ਗੋਲੀਆਂ ਮਾਰੀਆਂ ਸੀਗੀਆਂ? ਉਹਨਾਂ ਨੇ ਤਾਂ ਨਿਭਾ ਗੋਲੀ ਚਲਾ ਦਿੱਤੀ, ਜਿਹੜਾ ਅੱਗੇ ਆ ਗਿਆ ਜੀ ਮਾਰਿਆ ਗਿਆ। ਉਹਨਾਂ ਨੇ ਇਹ ਨਹੀਂ ਦੇਖਿਆ ਵੀ ਕੋਈ ਇਹ ਬੱਚਾ ਜਾਂ ਬਜ਼ੁਰਗ ਆ, ਉਹ ਤਾਂ ਜਿਹੜਾ ਆ ਗਿਆ, ਜਿਹੜਾ ਇੱਕ ਜਗ੍ਹਾ ਬੈਠਾ ਰਿਹਾ ਉਹਨਾਂ 'ਤੇ ਨਹੀਂ ਗੋਲੀ ਚਲਾਈ ਉਹਨਾਂ ਨੇ। ਬਾਕੀ ਜਦੋਂ ਡਰਦਾ ਮਾਰਾ ਭੱਜਦਾ ਸੀ ਗੋਲੀ ਮਾਰ ਦਿੰਦੇ ਸੀ ਉਦੋਂ ਹੀ। ਦਰਬਾਰ ਸਾਹਿਬ 'ਚ ਵੀ ਗੋਲੀ ਚਲੀ? ਦਰਬਾਰ ਸਾਹਿਬ ਤੇ ਸਿੱਧੀਆਂ ਗੋਲੀਆਂ ਬਹੁਤ ਲੱਗੀਆਂ, ਪਰ ਉਦੋਂ ਸਿਮਟ ਸੀ ਨਾ, ਸਿਮਟ ਕਰਕੇ ਉਹਨਾਂ ਨੇ ਉਸੇ ਰੰਗ ਦਾ ਹੀ ਪੇਂਟ ਕਰਤਾ। ਜਿੰਨੇ ਵੀ ਦਰਵਾਜ਼ੇ ਟੁੱਟੇ, ਲੱਕੜ ਦਾ ਕੰਮ ਹੋਇਆ ਸਾਰਾ ਹੀ, ਲੱਕੜ ਵਾਲੇ ਦਰਵਾਜ਼ੇ ਸੀ ਸਾਰੇ ਤੋੜੇ ਸੀ ਉਹਨਾਂ ਨੇ। ਸਾਰੀ ਤਲਾਸ਼ੀ ਕਰੀ, ਸਾਡਾ ਜਾਣੀ ਸਟਾਫ 'ਚ ਕੋਈ ਪੈਸਾ ਨਹੀਂ ਛੱਡਿਆ ਉਹਨੇ, ਕੋਈ ਗਹਿਣਾ ਨਹੀਂ ਛੱਡਿਆ, ਸਾਰਾ ਲੁੱਟ ਕੇ ਸਾਰਾ ਕੁਝ ਲੈ ਗਏ ਉਹ। ਜਿੰਨਾ ਵੀ ਨੁਕਸਾਨ ਹੋਇਆ, ਗੋਲੀਆਂ ਲੱਗੀਆਂ, ਰਾਤੋਂ ਰਾਤ ਪੁਲਿਸ ਨੇ ਸਾਰਾ ਉਸੇ ਰੰਗ ਦਾ ਪੇਂਟ ਕਰਤਾ, ਉਸੇ ਰੰਗ ਦਾ ਪੱਥਰ ਲਾਤਾ। ਉਦੋਂ ਪੱਥਰ ਘੱਟੇ ਹੀ ਲੱਗੇ ਸੀ ਨਾ ਦਰਬਾਰ ਸਾਹਿਬ ਨੂੰ ਤਾਂ, ਪਰ ਦਰਬਾਰ ਸਾਹਿਬ ਨੂੰ ਤਾਂ ਪੱਥਰ ਹੈ ਨਹੀਂ ਸੀ ਜੀ ਉਦੋਂ, ਸਿਮਟ ਦਾ ਸੀ ਜੀ। ਐਸਐਨ ਸਾਹਿਬ ਕਿਰਪਾਲ ਸਿੰਘ ਜੋ ਸੇਵਾਦਾਰ ਦੀ ਡਿਊਟੀ ਜੂਨ 1984 ਦੌਰਾਨ ਪਟਿਆਲਾ ਦੇ ਦੁਖਨਿਵਾਰਨ ਸਾਹਿਬ ਵਿਖੇ ਦਰਬਾਰ ਸਾਹਿਬ ਦੇ ਅੰਦਰ ਨਿਭਾਉਂਦੇ ਸੀ, ਦੱਸ ਰਹੇ ਸਨ ਕਿਸ ਤਰੀਕੇ ਦਾ ਅੰਨੇਵਾਹ ਫਾਇਰਿੰਗ ਫੌਜ ਵੱਲੋਂ ਉਦੋਂ ਕੀਤੀ ਗਈ। ਇੱਕ ਤਰੀਕੇ ਦੇ ਨਾਲ ਸਾਰੇ ਪੰਜਾਬ ਦੇ ਗੁਰਦੁਆਰਿਆਂ 'ਤੇ ਧਾਵਾ ਮਾਰੇਗਾ। ਦਰਬਾਰ ਸਾਹਿਬ ਅਕਾਲ ਤਖਤ ਵੀ ਢਾਇਆ, ਔਰ ਦਰਬਾਰ ਸਾਹਿਬ ਇੱਥੇ ਦੁਖਨਿਵਾਰਨ ਸਾਹਿਬ ਦੇ ਉੱਤੇ ਵੀ ਇੱਥੇ ਗੋਲੀਆਂ ਚੱਲੀਆਂ, ਔਰ ਕਾਫੀ ਉਹਨਾਂ ਨੇ ਕੋਈ ਛੱਡਿਆ ਨਹੀਂ, ਕੋਈ ਵੀ ਕਿਸੇ ਕਾਰਨ ਕੋਈ ਜੋ ਪੈਸਾ ਧੇਲਾ ਸੀ ਸਾਰੇ ਸੇਵਾਦਾਰਾਂ ਦੇ ਘਰੋਂ ਲੁੱਟ ਕੇ ਲੈ ਗਏ ਸਭ ਕੁਝ। ਜਿਵੇਂ ਸਾਹਿਬ ਕਿਰਪਾਲ ਸਿੰਘ ਦੱਸ ਰਹੇ ਨੇ, ਉਹ ਜਿਹੜੀ ਕਾਲੀ ਰਾਤ ਸੀ 6 ਜੂਨ ਦੀ ਕਾਲੀ ਰਾਤ, ਉਹਦਾ ਇਹ ਬਿਰਤਾਂਤ ਤੁਹਾਨੂੰ ਦੱਸ ਰਹੇ ਸਨ। ਕੈਮਰਾ ਪਰਸਨ ਰਵੀ ਜੱਬਲ ਦੇ ਨਾਲ ਗਗਨਦੀਪ ਅਹੂਜਾ, PTC ਨਿਊਜ਼ ਪਟਿਆਲਾ। ਸਾਡੇ ਨਾਲ ਮੌਜੂਦ ਨੇ ਉਸ ਵੇਲੇ ਦੇ ਚਸ਼ਮਦੀਦ ਗਵਾਹ ਜੋ ਸੀਗੇ ਪਟਿਆਲਾ ਦੇ ਦੁਖਨਿਵਾਰਨ ਸਾਹਿਬ ਗੁਰਦੁਆਰਾ ਸਾਹਿਬ 'ਚ, ਨਵਲ ਸਿੰਘ ਜੀ ਸਾਡੇ ਨਾਲ ਮੌਜੂਦ ਨੇ। ਉਹਨਾਂ ਤੋਂ ਜਾਣਦੇ ਹਾਂ ਵੀ ਕਿਸ ਤਰੀਕੇ ਦਾ ਸਾਰਾ ਕਾਂਡ ਇੱਥੇ ਵਾਪਰਿਆ। ਨਵਲ ਜੀ, ਤੁਸੀਂ ਆਪਣੇ ਬਾਰੇ ਦੱਸੋ, ਤੁਸੀਂ ਕਦੋਂ ਇੱਥੇ ਪਟਿਆਲੇ ਆਏ ਔਰ ਕਿਸ ਤਰ੍ਹਾਂ ਸਾਰਾ ਵਾਕਿਆ ਸੀਗਾ? ਵਾਲਾ ਅਸੀਂ ਪਟਿਆਲੇ ਆਏ ਸਰ, ਇੱਥੇ ਮੈਂ ਆਪਣੇ ਭਰਾ ਕੋਲ ਰਹਿੰਦਾ ਸੀਗਾ। ਅਸੀਂ 2 ਭਰਾ ਸੀ, ਤੀਜਾ ਮੇਰਾ ਭਰਾ ਮੇਰੇ ਚਾਚੇ ਦਾ ਮੁੰਡਾ ਇੱਥੇ ਰਹਿੰਦਾ ਹੁੰਦਾ ਸੀ, ਉਹਦੇ ਕੋਲ ਰਹਿੰਦੇ ਸੀ।
6 ਜੂਨ ਨੂੰ ਜਦੋਂ ਮਿਲਟਰੀ ਐਕਸ਼ਨ ਹੋਇਆ ਮੇਰੇ ਭਰਾ ਦੀ ਡੈਥ ਹੋ ਗਈ, ਮੇਰੇ ਸਕੇ ਭਰਾ ਦੀ। ਉਸ ਕੀ ਵੇਲੇ ਨਾਂ ਸੀ ਉਹਦਾ? ਉਹਦਾ ਰਾਮ ਸਾਗਰ ਸਿੰਘ ਸੀ ਨਾਂ ਜੀ। ਤੇ ਕਿਸ ਤਰ੍ਹਾਂ ਤੁਹਾਡੇ ਭਰਾ ਨੂੰ ਕਿਸ ਤਰ੍ਹਾਂ ਮਾਰਿਆ ਗਿਆ? ਬਸ ਉਹ ਕਿਸੇ ਨੂੰ ਪੁੱਛਦੇ ਨਹੀਂ ਸੀ ਕੁਛ ਜੀ। ਜਦੋਂ ਮਿਲਟਰੀ ਐਕਸ਼ਨ ਹੋਇਆ ਤਾਂ ਉਹ ਨਹੀਂ ਪੁੱਛਦੇ ਕੌਣ ਆ ਤੂੰ, ਕੀ ਹੈ ਕੀ ਨਹੀਂ ਹੈ, ਸਿੱਧਾ ਬਸ ਗੋਲੀ ਮਾਰਦੇ ਸੀ। ਮੇਰੇ ਭਰਾ ਦੇ 57 ਗੋਲੀਆਂ ਲੱਗੀਆਂ ਸੀਗੀਆਂ ਜੀ, ਬਿਨਾਂ ਕਸੂਰ ਤੋਂ ਅੰਦਰੋਂ ਕੱਢ ਕੇ ਮਾਰੇ ਗਏ ਕਮਰੇ 'ਚੋਂ। ਮੇਰੇ ਕਮਰੇ 'ਚ ਹੋਰ ਬਹੁਤ ਸਾਰੇ ਲੋਕ, ਤਕਰੀਬਨ 9 ਬੰਦੇ ਮਰੇ, 4 ਲੇਡੀਜ਼ ਤੇ 5 ਬੰਦੇ ਜਿਹੜੇ ਪਤਾ ਨਹੀਂ ਕੌਣ ਸੀਗੇ ਕਿੱਥੇ ਦੇ। ਤੁਹਾਡੇ ਕਮਰੇ 'ਚ? ਮੇਰੇ ਕਮਰੇ ਜਦੋਂ ਨਾ ਉਹਨਾਂ ਨੇ ਉੱਪਰੋਂ ਬੰਬ ਸੱਟਿਆ ਨਾ, ਗਰਨੇਡ, ਹਵਾਈ ਗਰਨੇਡ, ਲੋਕ ਡਰ ਗਏ, ਸਹਿਮ ਗਏ। ਧਰਤੀ ਇੱਕਦਮ ਤੋਂ ਇੰਨੀ ਜ਼ੋਰ ਦੀ ਗਿਰਿਆ ਵੀ ਧਰਤੀ ਕੰਬ ਗਈ। ਉਹ ਡਰ ਕੇ ਨਾ ਬਰਾਂਡੇ 'ਚ ਖੜੇ ਸੀ। ਅਸੀਂ ਆਪਣਾ ਕਮਰਾ ਖੋਲ੍ਹ ਲਿਆ, ਕਮਰਾ ਖੋਲ੍ਹੋ ਧੱਕੇ ਨਾਲ ਸਾਡੇ ਕਮਰੇ 'ਚ ਵੜ ਗਏ। ਮਗਰ ਉਹ ਮਿਲਟਰੀ ਆਈ, ਮਿਲਟਰੀ ਨੇ ਗੋਲੀ ਚਲਾਈ। 9 ਬੰਦੇ ਸਾਡੇ ਕਮਰੇ 'ਚ ਮਾਰੇ ਸੀ। 10ਵਾਂ ਮੇਰਾ ਭਰਾ ਮੇਰੇ ਕਮਰੇ ਤੋਂ ਬਾਹਰ ਡਿੱਗਿਆ, ਉਹ ਬਾਹਰ ਮਰਿਆ ਸੀਗਾ ਜੀ। ਉਸ ਵੇਲੇ ਸਰਾਂ ਦੀ ਕਿੰਨੀ ਕਪੈਸਿਟੀ ਸੀ, ਕਿੰਨੇ ਉੱਥੇ ਬੈੱਡ ਸੀਗੇ ਔਰ ਕਮਰੇ, ਕਿੰਨੀ ਕੁ ਸੰਗਤ ਉੱਥੇ ਮੌਜੂਦ ਹੋਣੀ, ਔਰ ਕਿਹਨਾਂ ਦੇ ਖਿਲਾਫ ਕਾਰਵਾਈ ਕੀਤੀ ਗਈ? ਸਾਰਿਆਂ ਖਿਲਾਫ ਕਾਰਵਾਈ ਕੀਤੀ ਗਈ? ਉਹਨਾਂ ਨੇ ਕੁਝ ਨਹੀਂ ਪੁੱਛਿਆ ਵੀ ਤੂੰ ਕੌਣ ਹੈ, ਕਿੱਥੇ ਦਾ ਰਹਿਣ ਵਾਲਾ, ਸਿਰਫ ਉਹ ਗੋਲੀ ਚਲਾਉਣ ਦੀ ਗੱਲ ਕੀਤੀ। ਉਸ ਵੇਲੇ 5ਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਦਾ ਸ਼ਹੀਦੀ ਗੁਰਪੁਰਬ ਲੰਘਿਆ ਸੀਗਾ ਜੀ, ਤੇ ਸੰਗਤ ਬਹੁਤ ਤਾਦਾਦ ਦੇ ਵਿੱਚ ਅੰਦਰ ਸੀਗੀ। ਕਰਫਿਊ ਲੱਗਿਆ 3 ਤਰੀਕ ਨੂੰ, ਤੇ ਸੰਗਤ ਅੰਦਰ ਸੀਗੀ। 125 ਮੰਜੇ ਤਕਰੀਬਨ ਨਾ ਜਿਹੜੇ ਸੰਗਤਾਂ ਵਾਸਤੇ ਸਰਾਂ ਦੇ ਵਿੱਚ ਡਿੱਗੇ ਸੀਗੇ ਆਰਾਮ ਕਰਨ ਵਾਸਤੇ, ਉਹ ਮੰਜੇ ਸਾਰੇ ਉਸ ਦਿਨ ਬੁੱਕ ਸੀਗੇ। ਨਿਹੰਗ ਸਿੰਘ ਆਏ ਹੋਏ ਸੀ, ਉਹ ਫਰਸ਼ੀ ਦਰੀਆਂ ਦੇ ਪਏ ਸੀਗੇ, ਤਕਰੀਬਨ 50-60 ਦੇ ਨਿਹੰਗ ਕਰੀਬ। ਉਹਨਾਂ ਦੇ ਵਿੱਚ ਸ਼ਾਇਦ ਹੀ ਕੋਈ ਬਚਿਆ ਹੋਵੇ, ਸਾਰੇ ਮਾਰੇ ਗਏ। ਪਰ ਲਾਸ਼ਾਂ ਨਹੀਂ ਦਿਖਾਈਆਂ ਗਈਆਂ। ਲਾਸ਼ਾਂ ਕਿਸੇ ਗੁਪਤ ਤਰੀਕੇ ਨਾਲ ਬਾਹਰ ਕੱਢੀਆਂ ਗਈਆਂ। ਜਿਹਨੇ ਨੌਜਵਾਨ ਮੁੰਡੇ ਕੋਈ ਮਰੇ ਸੀ ਉਹਨਾਂ ਲਾਸ਼ਾਂ ਨਹੀਂ ਦਿਖਾਈਆਂ ਗਈਆਂ। ਸਰਕਾਰੀ ਅੰਕੜਾ ਤਕਰੀਬਨ 19 ਜਾਂ 20 ਦੇ ਕਰੀਬ ਸੀਗਾ। ਹਾਂ, ਬਸ ਉਹ ਜਿਹੜੇ ਲਵਾਰਸ ਸੀਗੇ ਉਹ ਦਿਖਾਏ ਗਏ। ਮੇਰੇ ਭਰਾ ਦੀ ਲਾਸ਼ ਇਸ ਕਰਕੇ ਬਚ ਗਈ ਕਿਉਂਕਿ ਮੈਂ ਕੋਲ ਬੈਠਾ ਸੀਗਾ ਜੀ। ਉਹਨਾਂ ਨੂੰ ਪਤਾ ਸੀ ਇਹ ਲਾਸ਼ ਲੈ ਕੇ ਚੱਕੇ ਸੇ ਰੌਲਾ ਪਾਏਗਾ ਇਹ, ਜਾਂ ਕਿਸੇ ਨੂੰ ਦੱਸ ਦੇਗਾ, ਉਸ ਕਰਕੇ ਲਾਸ਼ ਰਹਿ ਗਈ। ਨਹੀਂ, ਨੌਜਵਾਨ ਕਿਸੇ ਬੰਦੇ ਦੀ ਲਾਸ਼ ਨਹੀਂ ਦਿਖਾਈ ਉਹਨਾਂ ਨੇ। ਅਣਗਿਣਤ ਲਾਸ਼ਾਂ ਦਾ ਸੰਸਕਾਰ, ਜਿਵੇਂ ਕਈ ਲਿਖਾਰੀਆਂ ਨੇ ਵੀ ਲਿਖਿਆ ਹੈਗਾ, ਬਡੂੰਗਰ ਦੀ ਜਿਹੜਾ ਸ਼ਮਸ਼ਾਨ ਘਾਟ ਹੈਗਾ ਉੱਥੇ ਕੀਤਾ ਗਿਆ। ਆਸੇ-ਪਾਸੇ ਲੋਕਾਂ ਨੂੰ ਕਾਫੀ ਬਦਬੂ ਵੀ ਆ ਰਹੀ ਸੀ ਕੋਈ ਸੜਨ ਦੀ। ਤੁਸੀਂ ਸਮਝਦੇ ਹੋ ਵੀ ਸਾਰੀਆਂ ਲਾਸ਼ਾਂ ਉੱਥੇ ਸੰਸਕਾਰ ਕੀਤਾ ਗਿਆ ਜਾਂ ਕਿਤੇ ਹੋਰ ਕੀਤਾ ਗਿਆ? ਤੁਹਾਡੇ ਭਰਾ ਦੀ ਕਿਤੇ ਸੰਸਕਾਰ ਕੀਤਾ? ਮੇਰੇ ਭਰਾ ਦਾ ਸੰਸਕਾਰ ਹੋਇਆ ਪੋਸਟਮਾਰਟਮ ਤੋਂ ਬਾਅਦ ਰਾਤ ਨੂੰ ਕੋਈ 7-8 ਵਜੇ ਸ਼ਮਸ਼ਾਨ ਘਾਟ ਲੈ ਗਏ ਬਡੂੰਗਰ। ਅਤੇ ਸੰਸਕਾਰ ਕਰਨ ਦਾ ਉਹਨਾਂ ਦਾ ਤਰੀਕਾ ਸੀਗਾ ਵੀ 7-8 ਬੰਦੇ ਇੱਕ ਸਿਵੇ ਦੇ ਉੱਪਰ ਰੱਖ ਕੇ, ਲੱਕੜਾਂ ਚੁਣ ਕੇ ਉੱਪਰ ਰੱਖ ਕੇ ਇਕੱਠਿਆਂ ਨੂੰ ਅੱਗ ਲਾਈ ਜਾਂਦੀ ਸੀ। ਅਤੇ ਬਾਕੀ ਉਹ 19 ਬੰਦੇ ਉੱਥੇ ਸੰਸਕਾਰ ਕੀਤੇ ਗਏ ਜਿਹਨਾਂ ਪੋਸਟਮਾਰਟਮ ਹੋਇਆ। ਬਾਕੀ ਕਿੱਥੇ ਲੈ ਗਏ, ਕਦੋਂ ਲੈ ਗਏ, ਇਹ ਕੋਈ ਪਤਾ ਨਹੀਂ ਕਿਸੇ ਨੂੰ ਜੀ। ਕਿਸ ਤਰ੍ਹਾਂ ਵਤੀਰਾ ਕਿਵੇਂ ਸੀ ਫੌਜੀਆਂ ਦਾ ਜਦੋਂ ਐਕਸ਼ਨ ਹੋਇਆ? ਕੋਈ ਪੁੱਛਿਆ ਸੀਗਾ ਵੀ ਤੁਸੀਂ ਕੌਣ ਹੋ, ਕਿ ਆਂਦੀਆਂ ਗੋਲੀ ਚਲਾਤੀਆਂ ਸੀਗੀਆਂ? ਬਹੁਤ ਮਾੜਾ ਵਤੀਰਾ ਸੀਗਾ। ਕਿਸੇ ਨੂੰ ਪਾਣੀ ਦਿੱਤਾ ਜਾਂਦਾ ਸੀ, ਜੇ ਕੋਈ ਪਾਣੀ ਮੰਗਦਾ ਸੀ ਅੱਗੋਂ ਉਹ ਡੰਡਾ ਮਾਰਦੇ ਸੀ ਜਾਂ ਲੱਤ ਮਾਰਦੇ ਸੀਗੇ, ਤੇ ਤਰ੍ਹਾਂ ਦੀ ਗੱਲਾਂ ਬੋਲਦੇ ਸੀਗੇ। ਬਹੁਤ ਮਾੜਾ ਵਤੀਰਾ ਸੀ। ਜਿਵੇਂ ਉਹ ਬਹੁਤ ਭੜਕਾਏ ਗਏ ਕਿਸੇ ਸਿੱਖ ਧਰਮ ਦੇ ਖਿਲਾਫ। ਕਿਸੇ ਨੂੰ ਪੁੱਛਿਆ ਜਾਂਦਾ ਕਿ ਖਾਸ ਕਰ ਜਦੋਂ ਦੇਖਦੇ ਸੀ ਨਾ ਵੀ ਇਹ ਬੰਦਾ ਸਿੱਖ ਹੈ। ਮੇਰੇ ਭਰਾ ਨੇ ਅੰਮ੍ਰਿਤ ਛਕਿਆ ਹੋਇਆ ਸੀਗਾ ਤੇ ਬਾਹਰ ਦੀ ਗਾਤਰਾ ਪਾਇਆ ਹੋਇਆ ਸੀ ਉੱਪਰ, ਤੇ ਜਦੋਂ ਉਹਨਾਂ ਦੇਖਿਆ ਕੋਈ ਗੱਲ ਨਹੀਂ ਪੁੱਛੀ, ਉਹਨਾਂ ਗੋਲੀਆਂ ਚਲਾਉਣੀ ਸ਼ੁਰੂ ਕਰਤੀਆਂ ਜੀ। ਕਿਸ ਤਰ੍ਹਾਂ ਦਾ ਲੱਗਦਾ ਲੂ ਕੰਡੇ ਖੜੇ ਹੁੰਦੇ ਨੇ ਤੁਹਾਨੂੰ ਵਾਕਿਆ ਦੇਖ ਕੇ? ਤੁਹਾਨੂੰ ਜੇ ਤੁਹਾਡੀ ਉਮਰ ਕਿੰਨੀ ਹੋਣੀ ਉਸ ਟਾਈਮ? ਮੇਰੀ ਭਾਜੀ ਉਸ ਵੇਲੇ ਉਮਰ ਕੋਈ 14-15 ਸਾਲ ਸੀ। ਜਦੋਂ ਹੁਣ ਵੀ ਯਾਦ ਆ ਜਾਂਦੀ ਹੈ ਨਾ, ਤੇ ਉਹ ਘਬਰਾਹਟ ਹੋਣ ਲੱਗ ਜਾਂਦੀ ਉਸ ਗੱਲ ਨੂੰ ਸੁਣ ਕੇ, ਦੇਖ ਕੇ। ਸਿੱਖਾਂ ਦੀ ਇੱਕ ਤਰ੍ਹਾਂ ਦਾ ਹੀ ਨਸਲਕੁਸ਼ੀ ਜੂਨ ਤੋਂ ਹੀ ਸ਼ੁਰੂ ਹੋ ਗਈ ਸੀ। ਆਪਾਂ ਗੱਲ ਕਰਦੇ ਹਾਂ ਵੀ ਨਵੰਬਰ 84 'ਚ ਉੱਥੇ ਦਿੱਲੀ ਜਾਂ ਹੋਰ ਥਾਵਾਂ 'ਤੇ ਨਸਲਕੁਸ਼ੀ ਕੀਤੀ ਗਈ, ਪਰ ਨਸਲਕੁਸ਼ੀ ਦਾ ਹੀ ਬਲੂ ਸਟਾਰ ਆਪਰੇਸ਼ਨ ਜਿਹੜਾ ਸੀ ਉਹ ਵੀ ਨਸਲਕੁਸ਼ੀ ਕੀਤੀ ਗਈ। ਭਾਵੇਂ ਕਿ ਸਰਕਾਰਾਂ ਉਦੋਂ ਕਹਿੰਦੀਆਂ ਸੀ ਵੀ ਦਰਬਾਰ ਸਾਹਿਬ ਉੱਤੇ ਅਸੀਂ ਜੋ ਕੁਝ ਉਹਨਾਂ ਦੇ ਅਨੁਸਾਰ, ਸਰਕਾਰ ਦੇ ਅਨੁਸਾਰ ਅੱਤਵਾਦੀ ਛੁਪੇ ਪਏ ਨੇ, ਉਹਨਾਂ ਨੂੰ ਕੱਢਣਾ ਹੈਗਾ, ਉਹਨਾਂ ਨੂੰ ਹਥਿਆਰ ਕੱਢਣੇ ਹੈਗੇ ਨੇ। ਪਰ ਉਸ ਤੋਂ ਇਲਾਵਾ ਪੰਜਾਬ ਦੇ ਕਈ ਗੁਰਦੁਆਰਿਆਂ 'ਚ ਵੀ ਇਹੋ ਜਿਹਾ ਕਾਂਡ ਵਾਪਰਿਆ, ਜਿਵੇਂ ਨਵਲ ਸਿੰਘ ਜੀ ਦੱਸ ਰਹੇ ਨੇ ਵੀ ਪਟਿਆਲਾ ਵਿੱਚ ਵੀ ਕਾਫੀ ਅਣਗਿਣਤ ਜਿਹੜੇ ਨੇ ਅੰਨ੍ਹੇਵਾਹ ਫਾਇਰਿੰਗ ਕਰਕੇ ਫੌਜੀਆਂ ਨੇ ਸਿੱਖਾਂ ਨੂੰ ਮੌਤ ਦੇ ਘਾਟ ਉਤਾਰਿਆ। ਔਰ ਇੱਕ ਤਰ੍ਹਾਂ ਨਾਲ ਇਹ ਨਸਲਕੁਸ਼ੀ ਦਾ ਹੀ ਮਾਮਲਾ ਸੀਗਾ। ਕੀ ਸਮਝਦੇ ਹੋ ਨਵਲ ਜੀ, ਨਸਲਕੁਸ਼ੀ ਲੱਗਦੀ ਤੁਹਾਨੂੰ? ਬਿਲਕੁਲ ਆਪਸੀ ਦੇਖੋ, ਉਹਨਾਂ ਦਾ ਕਿਸੇ ਦੀ ਦੁਸ਼ਮਣੀ ਸੀ, ਪਰ ਉਹ ਭੜਕਾਏ ਇੰਨੇ ਗਏ ਸੀਗੇ। ਉਹਨਾਂ ਸਰਕਾਰ ਨੇ ਇੰਨਾ ਭੜਕਾਇਆ ਵੀ ਜਿਹੜਾ ਕੋਈ ਮਿਲਦਾ ਛੱਡਣਾ ਨਹੀਂ, ਮਾਰਨਾ ਬਸ ਤੁਸੀਂ। ਉਹਨਾਂ ਨੇ ਕੁਛ ਨਹੀਂ ਪੁੱਛਿਆ ਤੂੰ ਕੌਣ ਹੈ, ਕੀ ਹੈ। ਇਹ ਕਈ ਵਾਰੀ ਪੁੱਛ ਲੈਂਦਾ ਬੰਦਾ ਕੋਈ ਕਿੱਥੋਂ ਆਇਆ, ਭਾਈ ਕਿਸ ਕੰਮ ਆਇਆ, ਤੂੰ ਅੱਤਵਾਦੀ ਹੈ, ਆਮ ਆਦਮੀ ਹੈ। ਕਿਸੇ ਨੂੰ ਕੁਛ ਨਹੀਂ ਪੁੱਛਿਆ ਗਿਆ। ਜੋ ਸਾਹਮਣੇ ਆਉਂਦਾ ਸੀ ਸਿੱਧੀ ਗੋਲੀ ਮਾਰਦਾ ਸੀ ਉਹ। ਜ਼ਖਮ ਹਰੇ ਨੇ ਨਵਲ ਸਿੰਘ ਦੇ ਇਲੈਕਟ੍ਰੀਸ਼ਨ ਦਾ ਕੰਮ ਕਰਦੇ ਨੇ ਗੁਰਦੁਆਰਾ ਸਾਹਿਬ ਦੁੱਖ ਨਿਵਾਰਨ ਸਾਹਿਬ ਕਿ ਗੱਲ ਕਰਦੇ ਆ ਉਹਨਾਂ ਦੀ ਅੱਖਾਂ 'ਚ ਹੰਝੂ ਵੀ ਆ ਗਏ। ਔਰ 35 ਸਾਲ ਪੁਰਾਣਾ ਜੋ ਵਾਕਿਆ ਯਾਦ ਕਰਕੇ ਉਹਨਾਂ ਦੇ ਲੂਹ ਖੰਡੇ ਖੜੇ ਹੋ ਜਾਂਦੇ ਨੇ। ਔਰ ਪੰਜਾਬ ਭਰ 'ਚ ਜੋ ਉਸ ਵੇਲੇ ਦੀ ਹਾਕਮ ਸਰਕਾਰ ਵੱਲੋਂ ਆਪਰੇਸ਼ਨ ਨੀਲਾ ਤਾਰਾ ਕੀਤਾ ਗਿਆ, ਉਸ ਕਈ ਪਰਿਵਾਰਾਂ ਦੇ ਪਰਿਵਾਰ ਉਜਾੜ ਦਿੱਤੇ ਕਿ ਗੁਰਦੁਆਰਿਆਂ 'ਚ ਗੁਰਧਾਮਾਂ ਦੀ
ਬੇਅਦਬੀ ਵੀ ਕੀਤੀ ਗਈ ਔਰ ਕਈ ਥਾਵਾਂ ਤੇ ਅਜਿਹੇ ਕੰਮ ਵੀ ਕੀਤੇ ਗਏ ਜੋ ਇੱਥੇ ਅਸੀਂ ਕੈਮਰੇ ਸਾਹਮਣੇ ਤੁਹਾਨੂੰ ਨਹੀਂ ਦੱਸ ਸਕਦੇ। ਔਰ ਨਵਲ ਸਿੰਘ ਯਾਦ ਕਰਦੇ ਨੇ ਉਸ ਵਾਕਿਆ ਨੂੰ, ਉਸ ਰਾਤ ਨੂੰ 6 ਜੂਨ ਦੀ ਰਾਤ ਨੂੰ ਜੋ ਗੁਰਦੁਆਰਾ ਸਾਹਿਬ ਦੁਖਨਿਵਾਰਨ ਸਾਹਿਬ ਵਿਖੇ ਕਾਂਡ ਵਾਪਰਿਆ ਸੀ। ਔਰ ਉਮੀਦ ਦੀ ਕਿਰਨ ਵੀ ਹੈਗੀ ਵੀ ਇੱਥੇ ਕੰਮ ਕਰ ਰਹੇ ਨੇ। ਇੱਥੇ ਗੁਰਦੁਆਰਾ ਸਾਹਿਬ ਸ਼੍ਰੋਮਣੀ ਕਮੇਟੀ ਵੱਲੋਂ ਇਹਨਾਂ ਨੂੰ ਇਲੈਕਟ੍ਰੀਸ਼ੀਅਨ ਦੀ ਵੀ ਜੌਬ ਦਿੱਤੀ ਹੈ ਔਰ ਇੱਥੇ ਬੈਠ ਕੇ ਆਪਣਾ ਪਰਿਵਾਰ ਦਾ ਪੇਟ ਪਾਲ ਰਹੇ ਨੇ। ਕੈਮਰਾ ਪਰਸਨ ਰਵੀ ਜੱਬਲ ਦੇ ਨਾਲ ਗਗਨਦੀਪ ਹੂਜਾ, PTC ਨਿਊਜ਼, ਪਟਿਆਲਾ।